पंजाब च लॉ एंड ऑर्डर की सिचुएशन को किवें देखते हो, क्योंकि तुसी साबका अधिकारी रहे हो, IAS रहे हो। अमृतपाल सिंह पिछे जे जिहड़ी अजनाला दे विच घटना हुई है, वो अमृतपाल सिंह की कार्रवाई को किवें देखते हो? देखो अपना ਜਿਹੜੀ ਆਪਣਾ ਅਜਨਾਲਾ ਇੰਸੀਡੈਂਟ ਹੋਇਆ ਬੜਾ, ਮੈਂ ਤੇ ਲੰਬਾ ਕੈਰੀਅਰ ਦੇ ਦੌਰਾਨ ਤੇ 24 ਸਾਲ ਦੇ ਵਿੱਚ ਮੈਂ ਬਹੁਤ ਸਾਰੀਆਂ ਅਲੱਗ-ਅਲੱਗ ਪੋਜੀਸ਼ਨਾਂ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਹੀ ਰਿਹਾ ਜੀ। ਕਦੇ SDM, ਕਦੇ ADC, ਕਦੇ DC, ਕਦੇ ਕਮਿਸ਼ਨਰ, ਜਿੰਨਾ ਚਿਰ ਮੈਂ ਪ੍ਰਮੋਟ ਨਹੀਂ ਹੋ ਗਿਆ ਐਜ਼ ਪ੍ਰਿੰਸੀਪਲ ਸੈਕਟਰੀ, ਤਾਂ ਇਸ ਤਰ੍ਹਾਂ ਦਾ ਇੰਸੀਡੈਂਟ ਮੈਂ ਆਪਣੇ ਟੋਟਲ ਕੈਰੀਅਰ ਦੇ ਵਿੱਚ ਕਦੇ ਨਹੀਂ ਦੇਖਿਆ ਜੀ। मैं कोमल जी तुहाडे राही ये चैलेंज करदा सरकार नूं, जे एक धेला भी खर्च कीता होवे तां मैं जो मर्जी तुसीं देणदार है, मैं हर गल दा। रदड़ साहब प्रैक्टिकल गल करदे हां, प्रैक्टिकल दे विच तुहानूं नहीं लगदा कि पंजाब दे विच 300 यूनिट बिजली दे जिहड़े मुफ्त दावा कीता सी आम आदमी पार्टी सरकार ने, वो नहीं मिल रहे? हाँ, ਜਿਹੜੇ ਆਪਣਾ 300 ਯੂਨਿਟ ਬਿਜਲੀ ਦੇ ਤੁਸੀਂ ਕਿਹਾ ਹੈਗਾ ਆ, ਇਹ ਕਲੇਮ ਕਰ ਰਿਹਾ ਕਿ 86% ਲੋਕਾਂ ਨੂੰ ਮਿਲ ਰਿਹਾ ਜੀ, ਬਿਲਕੁਲ, ਔਰ ਇਹ ਵੀ ਕਲੇਮ ਕਰ ਰਿਹਾ ਕਿ 90% ਲੋਕਾਂ ਨੂੰ ਮਿਲ ਰਿਹਾ ਜੀ। ਲੇਕਿਨ ਮੈਂ ਕੋਮਲ ਜੀ ਤੁਹਾਡੇ ਰਾਹੀਂ ਆਪਣਾ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਦੇ ਕਰਜ਼ਾ ਚੱਕ ਕੇ ਵੀ ਕੋਈ ਚੀਜ਼ ਫ੍ਰੀ ਦਿੱਤੀ ਜਾਂਦੀ ਹੈ? बीजेपी आगू जिहड़े ने साबका IAS ने वो आम आदमी पार्टी की सरकार की तारीफ जरूर कर रहे हैं। मैं 100% तारीफ करांगा, क्योंकि इक्को एक एरिया हैगा। देखो पहला भी सरकार ਨੂੰ ਵਿਜੀਲੈਂਸ ਡਿਪਾਰਟਮੈਂਟ ਦਾ ਪਹਿਲਾਂ ਬਹੁਤ ਸਾਲਾਂ ਦਾ ਚੱਲ ਰਿਹਾ ਜੀ, ਲੇਕਿਨ ਉਹਨਾਂ ਨੇ ਕਦੇ ਇੰਨੀ ਸ਼ਿੱਦਤ ਦੇ ਨਾਲ ਕੰਮ ਨਹੀਂ ਕੀਤਾ ਜਿੰਨਾ ਇਸ ਵਾਰੀ ਕਰ ਰਹੇ ਜੀ, ਔਰ ਕਰਨਾ ਚਾਹੀਦਾ ਜੀ। ਠੀਕ ਹੈ, ਚਾਹੇ ਉਹ ਪ੍ਰੈਜ਼ੈਂਟ ਕੋਈ ਅਫਸਰ ਜਾਂ ਸਿਆਸੀ ਬੰਦਾ ਹੋਵੇ, ਚਾਹੇ ਸਾਬਕਾ ਹੋਵੇ, ਪੰਜਾਬ ਦਾ ਪੈਸਾ ਲੁੱਟਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹੀ ਗੁੱਡ ਗਵਰਨੈਂਸ ਦਾ ਫੰਡਾ ਹੈ ਜੀ। ਬਿਲਕੁਲ। ਫਿਰ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਦੀ ਗੁੱਡ ਗਵਰਨੈਂਸ ਨਹੀਂ ਹੈਗੀ? ਚਾਹੇ ਤੁਸੀਂ ਇਹਨਾਂ ਦੇ ਕੋਈ ਆਪਣਾ ਬੁਲਾਰੇ ਨੂੰ ਲੈ ਲਓ, ਜਿੰਨੇ ਬੁਲਾਰੇ ਮਹਾ ਝੂਠ ਬੋਲਦੇ ਸਾਰਿਆਂ ਨੇ ਆਪਣਾ, ਮੈਨੂੰ ਲੱਗਦਾ ਉਹਨਾਂ ਨੇ ਝੂਠਾ ਪਾਣੀ ਕਰਕੇ ਦਿੱਤਾ ਹੋਇਆ ਤੇ ਅੰਮ੍ਰਿਤ ਕਰਕੇ ਪੀ ਜਾ ਰਹੇ। ਝੂਠ ਤੇ ਝੂਠ ਬੋਲੀ ਜਾਂਦੇ, ਝੂਠ ਤੇ ਝੂਠ ਬੋਲੀ ਜਾਂਦੇ, ਕੋਈ ਬੰਦਾ ਸੱਚ ਨਾ ਬੋਲਦਾ ਨਾ ਬੋਲਣ ਨੂੰ ਤਿਆਰ ਹੈ। ਤੁਹਾਨੂੰ ਪਤਾ 52 MLA ਦੇ ਖਿਲਾਫ ਜਿਹੜੇ ਅੱਜ ਦੇ ਸਿਟਿੰਗ MLA ਮੌਜੂਦਾ MLA ਨੇ, ਆਮ ਆਦਮੀ 52 MLA ਦੇ ਖਿਲਾਫ ਪਰਚੇ ਆ। ਕਿਹੜੇ ਪਰਚੇ ਆ? ਲੈਂਡ ਗ੍ਰੈਬਿੰਗ ਦੇ, ਕੁੱਟਮਾਰ ਦੇ, 307 ਤੱਕ ਦੇ ਅਟੈਂਪਟ ਟੂ ਮਰਡਰ, 52 MLA ਦੇ ਪਰਚੇ ਹੈਗੇ ਆ। PM ਮੋਦੀ ਪੰਜਾਬ ਫੇਰੀ ਤੇ ਆਉਂਦੇ ਨੇ ਤੇ ਕਿਹਾ ਜਾਂਦਾ ਕਿ ਉਹਨਾਂ ਦਾ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋ ਗਿਆ। ਕੇਂਦਰ ਨੇ ਪੰਜਾਬ ਸਰਕਾਰ ਤੋਂ ਉਹਦੀ ਰਿਪੋਰਟ ਵੀ ਮੰਗੀ ਹੈ। ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ? अब ਤੁਸੀਂ ਦੇਖ ਲਓ, ਅਜੇ ਕੱਲ ਫੇਸ਼ੀ ਮਹਿਕਮੇ ਬਦਲ ਦਿੱਤੇ ਆ, ਰੀਸ਼ਫਲ ਕਰ ਦਿੱਤੇ ਆ। ਕੀ ਕਾਰਨ ਮੰਨਦੇ ਹੋ ਵੀ ਲਗਾਤਾਰ ਜਿਹੜਾ ਹੈ ਮੰਤਰੀਆਂ ਦੇ ਮਹਿਕਮੇ ਬਦਲੇ ਜਾ ਰਹੇ ਨੇ, ਉਹਦਾ ਸਟੇਟ ਨੂੰ ਕੀ ਫਾਇਦਾ ਜਾਂ ਨੁਕਸਾਨ? ਸਟੇਟ ਨੂੰ ਤਾਂ ਨੁਕਸਾਨ ਹੀ ਨੁਕਸਾਨ ਹੈ, ਫਾਇਦਾ ਨਹੀਂ ਹੈ ਜੀ। ਫਾਇਦਾ ਨਹੀਂ ਹੈ। ਕਿਵੇਂ? ਮੈਡੀਕਲ ਕਾਲਜ ਖੋਲਾਂਗੇ, ਫਲਾਂ ਕਰਾਂਗੇ ਤਾਂ ਉਹ ਸਾਰੇ ਜਿਹੜੇ ਵਾਅਦੇ ਆ ਜੀ, ਉਹ ਆਪਣੇ ਕੋਮਲ ਜੀ ਕਿਤੇ ਵੀ ਫੁੱਲਫਿਲ ਹੁੰਦੇ ਨਜ਼ਰ ਨਹੀਂ ਆ ਰਹੇ। ਸਭ ਤੋਂ ਜਿਹੜਾ ਜ਼ਿਆਦਾ ਸੈਟਬੈਕ ਲੱਗੀ ਆ ਜਿਹੜੀ ਪਿਛਲੇ 25 ਸਾਲਾਂ ਦੇ ਵਿੱਚ ਨਹੀਂ ਲੱਗੀ, ਉਹ ਹੈ ਲਾਅ ਐਂਡ ਆਰਡਰ ਦੀ ਬਹੁਤ ਹੀ ਮਾੜੀ ਸਥਿਤੀ ਜੀ। ਨੰਬਰ 2 ਦੇ ਉੱਤੇ ਜਿਹੜਾ ਦੇਖੋ, ਕੋਈ ਵੀ ਜਿਹੜਾ ਸੂਬਾ ਹੈਗਾ ਆ, ਸਰਕਾਰ ਹੈਗੀ ਆ, ਉਹ ਬਿਨਾਂ ਫਾਈਨਾਂਸ ਦੇ, ਬਿਨਾਂ ਪੈਸਿਆਂ ਦੇ ਨਹੀਂ ਚੱਲਦੀ ਜੀ। ਉੱਥੇ ਵੀ ਇਹ ਫੇਲ ਹੋ ਗਏ। ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਮੁਹੱਲਾ ਕਲੀਨਿਕ ਅਸੀਂ ਜਿਹੜੇ ਆ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਡਿਲੀਵਰ ਕਰ ਰਹੇ ਆ, ਰੈਗੂਲਰ ਰੂਟੀਨ ਚੋਂ ਆਪਾਂ ਦੇਖ ਵੀ ਰਹੇ ਆ, ਹੋ ਵੀ ਰਹੇ ਨੇ। ਤੁਸੀਂ ਗੱਲ ਕੀਤੀ ਐਜੂਕੇਸ਼ਨ ਦੀ, ਐਜੂਕੇਸ਼ਨ ਦੇ ਵਿੱਚ ਕਾਫੀ ਸਕੂਲ ਜਿਹੜੇ ਨੇ ਸਮਾਰਟ ਸਕੂਲ ਬਣਾਏ ਜਾ ਰਹੇ ਨੇ, ਸਰਕਾਰੀ ਜਿਹੜੇ ਸਕੂਲ ਨੇ। ਤੁਸੀਂ ਗੱਲ ਕੀਤੀ ਬਜਟ ਦੀ, ਬਜਟ ਦੇ ਵਿੱਚ ਵੀ ਆਪਾਂ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਵੀ ਅਸੀਂ ਜਿਹੜਾ ਹੈਗਾ ਪੰਜਾਬ ਦਾ ਰੈਵਨਿਊ ਵਧਾ ਰਹੇ ਹਾਂ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਪੰਜਾਬ 'ਚ ਅੱਜ 1 ਸਾਲ ਪੂਰਾ ਹੋ ਚੁੱਕਾ ਹੈ, ਜਿਸ ਤੋਂ ਬਾਅਦ ਅਸੀਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਹੈ ਚਰਚਾਵਾਂ ਕਰਕੇ ਰਿਐਕਸ਼ਨ ਲੈ ਰਹੇ ਹਾਂ ਕਿ ਇਸ 1 ਸਾਲ ਦੀ ਸੱਤਾ ਨੂੰ ਜਿਹੜਾ ਹੈ ਲੋਕ ਕਿਵੇਂ ਦੇਖਦੇ ਨੇ। ਤਾਂ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ BJP ਦੇ SC ਵਿੰਗ ਦੇ ਪੰਜਾਬ ਪ੍ਰਧਾਨ SR ਲੱਦੜ ਸਾਹਿਬ। ਲੱਦੜ ਸਾਹਿਬ, ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ। ਲੱਦੜ ਸਾਹਿਬ, ਸਭ ਤੋਂ ਪਹਿਲਾਂ ਇਹੀ ਰਿਐਕਸ਼ਨ ਲੈਣਾ ਚਾਹਾਂਗੇ ਤੁਹਾਡਾ, ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 1 ਸਾਲ ਦਾ ਸਮਾਂ ਪੂਰਾ ਹੋ ਚੁੱਕਾ, ਤੁਸੀਂ ਇਸ 1 ਸਾਲ ਨੂੰ ਕਿਵੇਂ ਦੇਖਦੇ ਹੋ? देखो कोमल जी, अपना पिछले साल मार्च 2022 ਨੂੰ ਜਿਹੜਾ ਆਪਣਾ ਪੰਜਾਬ ਦੇ ਲੋਕਾਂ ਨੇ 92 MLA ਦੇ ਕੇ ਪੰਜਾਬ ਦੇ ਵਿੱਚ ਇੱਕ ਬਦਲਵੀਂ ਸਰਕਾਰ ਲਿਆਂਦੀ। ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੀ। ਬਹੁਤ ਵੱਡੇ ਨਾਰੇ, ਬਹੁਤ ਵੱਡੇ ਵਾਅਦੇ ਜਿਹਦੇ ਉੱਤੇ ਆਪਣਾ ਸਰਕਾਰ ਬਣੀ ਸੀ ਜੀ, ਉਹ ਆਪਣਾ ਇਸ ਪਿਛਲੇ 1 ਸਾਲ ਦੇ ਵਿੱਚ ਆਪਣਾ ਉਹ ਇਸ ਤਰ੍ਹਾਂ ਦਾ ਨਿਕਲਿਆ 1 ਸਾਲ ਜਿਹਦੇ ਵਿੱਚ ਕਿਸੇ ਇੱਕ ਫਰੰਟ ਦੇ ਉੱਤੇ ਵੀ ਸਰਕਾਰ ਕਿਸੇ ਕਾਮਯਾਬੀ ਨਾਲ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਜੀ।
ਸੋ ਇਸ ਕਰਕੇ ਆਪਣਾ ਜਿਹੜਾ ਹੈਗਾ ਆ, ਭਾਵੇਂ ਉਹ ਇਹਨਾਂ ਦੇ ਦੋ ਤਿੰਨ ਜਿਹੜੇ ਮੇਨ ਫੋਕਸ ਏਰੀਆ ਸੀਗੇ, ਗੁੱਡ ਗਵਰਨੈਂਸ ਜੀ, ਐਜੂਕੇਸ਼ਨ, ਔਰ ਫਿਰ ਤੀਜਾ ਸੀਗਾ ਹੈਲਥ, ਇਹ ਬੇਸਿਕ ਸੀਗੇ। ਬਾਕੀ ਹੋਰ ਬਹੁਤ ਸਾਰੇ ਜਿਹੜੇ ਵਾਅਦੇ ਕੀਤੇ ਸੀ, ਜਿਵੇਂ ਫ੍ਰੀ ਬਿਜਲੀ ਦੇਵਾਂਗੇ, ਫਿਰ ਅਸੀਂ ਆਪਣਾ ਮਹਿਲਾਵਾਂ ਨੂੰ 1000 ਰੁਪਈਆ ਮਹੀਨਾ ਦੇਵਾਂਗੇ, ਫਿਰ ਅਸੀਂ ਆਪਣਾ ਬੁਢਾਪਾ ਪੈਨਸ਼ਨਾਂ, ਵਿਡੋ ਪੈਨਸ਼ਨਾਂ ਡਬਲ ਕਰ ਦਿਆਂਗੇ, ਹੋਰ ਬਹੁਤ ਸਾਰੇ ਵਾਅਦੇ ਸੀ, ਮੈਡੀਕਲ ਕਾਲਜ ਖੋਲਾਂਗੇ, ਫਲਾਂ ਕਰਾਂਗੇ। ਤਾਂ ਉਹ ਸਾਰੇ ਜਿਹੜੇ ਵਾਅਦੇ ਆ ਜੀ, ਉਹ ਆਪਣੇ ਕੋਮਲ ਜੀ ਕਿਤੇ ਵੀ ਫੁੱਲਫਿਲ ਹੁੰਦੇ ਨਜ਼ਰ ਨਹੀਂ ਆ ਰਹੇ। ਸਭ ਤੋਂ ਜਿਹੜਾ ਜ਼ਿਆਦਾ ਸੈਟਬੈਕ ਲੱਗੀ ਆ, ਜਿਹੜੀ ਕਿ ਪਿਛਲੇ 25 ਸਾਲਾਂ ਦੇ ਵਿੱਚ ਨਹੀਂ ਲੱਗੀ, ਉਹ ਹੈ ਲਾ ਐਂਡ ਆਰਡਰ ਦੀ ਬਹੁਤ ਹੀ ਮਾੜੀ ਸਥਿਤੀ ਜੀ। ਨੰਬਰ 2 ਦੇ ਉੱਤੇ ਜਿਹੜਾ ਦੇਖੋ, ਕੋਈ ਵੀ ਜਿਹੜਾ ਸੂਬਾ ਹੈਗਾ ਆ, ਸਰਕਾਰ ਹੈਗੀ ਆ, ਉਹ ਬਿਨਾਂ ਫਾਈਨਾਂਸ ਦੇ, ਬਿਨਾਂ ਪੈਸਿਆਂ ਦੇ ਨਹੀਂ ਚੱਲਦੀ ਜੀ। ਉੱਥੇ ਵੀ ਇਹ ਫੇਲ ਹੋ ਗਏ ਆ। ਜੇ ਇਹਨਾਂ ਨੇ ਆਪਣਾ 35,000 ਕਰੋੜ ਮੋੜਿਆ ਹੈਗਾ, ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਅਸੀਂ 15,000 ਮੂਲਧਨ ਮੋੜਿਆ ਤੇ 20,000 ਅਸੀਂ ਆਪਣਾ ਵਿਆਜ ਮੋੜਿਆ, ਲੇਕਿਨ ਉਹਦੇ ਅਗੇਂਸਟ ਇਹਨਾਂ ਨੇ 42,000 ਕਰੋੜ ਰੁਪਈਆ ਕਰਜ਼ਾ ਚੁੱਕਿਆ, 35,000 ਮੋੜਿਆ। ਸੋ ਇਸ ਕਰਕੇ ਆਪਣਾ ਸਰਕਾਰ ਨੇ ਕਰਜ਼ਾ ਹੋਰ ਚੜਾ ਲਿਆ ਹੈਗਾ। ਜਿਹੜੇ ਨਵੇਂ ਆਪਣਾ ਤੁਸੀਂ ਅੱਜ ਦੀ ਅਖਬਾਰ ਲੈ ਲਓ, ਕੱਲ ਦੀ ਲੈ ਲਓ, ਜਿੱਦਣ ਦਾ ਬਜਟ ਆਇਆ 3-4 ਦਿਨ ਹੋ ਗਏ ਆ, तो हर अखबार एनालिसिस कर रहा हैगा आ। अब मैं 3-4 अखबारां लेके भी आया हैगा आ कि अपना हर अखबार ये कह रहा है कि ये तो अपना बैड टू वर्स चला गया हैगा, कोई रिसोर्स की मोबिलाइजेशन नहीं हुई। पिछले साल का जिहड़ा बजट सीगा कोमल जी 1,55,000 करोड़ रुपए का सीगा, जदों कि जिहड़ा रेवन्यू है वो अपना सरकार नूं मिलिया 98,000 करोड़ जी। अगेंस्ट 98,000 करोड़ इन्होंने खर्च किया 1,23,441 करोड़ रुपया जी। 25,000 करोड़ के लगभग इन्होंने फालतू खर्चा किया, जेड़ा कि सानू इनकम ही नहीं सी जी। उस दे अगेंस्ट हुण जेड़ा नवे साल का बजट है वो इन्होंने रखा 1,96,000 करोड़ रुपए का जी। तो मैनू ये समझ नहीं लगती हैगी कि असी 1,96,000 करोड़ का रख लीए, 2,96,000 का रख लीए, या 10,96,000 करोड़ का रख लीए जी। पैसा तो असी वही खर्च पावांगे जो असी कलैक्ट करांगे। एग्जैक्टली टैक्स कोई नवा लगा नहीं है, तो लगेगा तो फिर लुकवें टैक्स लाणगे, जिवें पिछले साल च भी इन्होंने लाए है, जिवें डीजल पेट्रोल के भाव वधा दिते आ, रजिस्ट्रियां का भाव वधा दिता है, अदालतां दे विच कई तरह के खर्चे वधा दिते आ। सो उस तरह के लुकवें टैक्स ला के सरकार दा कचूमर जरूर कड्डणगे। जदर साहब उरे मैं एक गल तुहानूं रोकना चाहूँगा जी। आम आदमी पार्टी की सरकार दावा करती है कि जिहड़े वादे करके वो सत्ता दे विच आए है ना, वो सारे लड़ीवार जिहड़े पूरे हो रहे हैं। तुसीं मैडिकल की गल कीती, आम आदमी पार्टी दावा करती है मुहल्ला क्लिनिक असी जिहड़े हैं पंजाब दे वक्-वक् थावां ते डिलीवर कर रहे हैं, रेगूलर रूटीन चो आपां देख भी रहे हैं, हो भी रहे हैं। तुसीं गल कीती एजुकेशन की, एजुकेशन दे विच काफ़ी स्कूल जिहड़े ने स्मार्ट स्कूल बनाए जा रहे हैं, सरकारी जिहड़े स्कूल ने। तुसीं गल कीती बजट की, बजट दे विच भी आम आदमी पार्टी दावा करती है भी असी जिहड़ा हैगा पंजाब दा रेवन्यू वधा रहे हैं, रेता सस्ता कर रहे हैं, लोगों नूं जिहड़ी है उम्मीद जगा रहे हैं लोगों के मन च। देखो कोमल जी गल ये हैगी आ, जिन्नियां भी तुसीं गल्लां कीतियां ये गल्लां आम आदमी पार्टी भी करदी आ, बजट विच भी होईयां, मानयोग मुख मंत्री भी कर रहे हैगे आ, लेकिन मैं तुहानूं एक एक करके दसदा जी। जिहड़ा सिक्ख्या दा सुधार है जी, सिक्ख्या दे विच इन्हां ने एक काम कीता पिछले जिहड़ा फाइनैंशियल ईयर सीगा कि 36 प्रिंसीपल इन्हां ने बाहर एक हफ्ते लई ट्रेनिंग लई भेजे जी। बिल्कुल ਜਿਹੜੇ ਸਕੂਲਾਂ ਦੀ ਤੁਸੀਂ ਗੱਲ ਕਰਦੇ ਆ ਉਹਨਾਂ ਦਾ ਨਾਂ ਇਹਨਾਂ ਨੇ ਪਿਛਲੇ ਬਜਟ ਦੇ ਵਿੱਚ ਰੱਖਿਆ ਸੀ ਸਕੂਲਸ ਆਫ ਐਮੀਨੈਂਸ, ਰਾਈਟ, ਔਰ ਉਹਦੇ ਵਾਸਤੇ 200 ਕਰੋੜ ਦਾ ਬਜਟ ਰੱਖਿਆ ਸੀ ਜੀ। ਆਪਣਾ ਮੈਂ ਕੋਮਲ ਜੀ ਤੁਹਾਡੇ ਰਾਹੀਂ ਇਹ ਚੈਲੰਜ ਕਰਦਾ ਸਰਕਾਰ ਨੂੰ ਜੀ, ਜੇ ਇੱਕ ਧੇਲਾ ਵੀ ਖਰਚ ਕੀਤਾ ਹੋਵੇ ਤਾਂ ਮੈਂ ਜੋ ਮਰਜ਼ੀ ਤੁਸੀਂ ਦੇਣਦਾਰ ਹੈ, ਮੈਂ ਹਰ ਗੱਲ ਦਾ। ਮਤਲਬ ਫਿਰ ਜਿਹੜੇ ਟੀਚਰ ਬਾਹਰ ਪੜਨ ਜਾ ਰਹੇ ਨੇ ਉਹ ਕਿਸ ਖਰਚੇ ਤੇ ਜਾ ਰਹੇ ਨੇ? ਉਹ ਜਿਹੜਾ ਖਰਚਾ ਆ ਉਹ ਖਰਚਾ ਤਾਂ ਦੇਖੋ ਕੋਈ ਜਿੱਥੇ ਵੀ ਜਾਏਗਾ, ਅਗਰ ਸਰਕਾਰ ਸਪਾਂਸਰ ਕਰਦੀ ਹੈ ਕਿਸੇ IAS ਅਫਸਰ ਨੂੰ, ਕਿਸੇ IPS ਅਫਸਰ ਨੂੰ, ਤਾਂ ਉਹਦਾ ਬਜਟ ਸਕੂਲ ਐਜੂਕੇਸ਼ਨ ਦਾ ਨਹੀਂ ਹੁੰਦਾ ਜੀ। ਲੇਕਿਨ ਜੇ ਸਕੂਲ ਤਾਂ ਇਹਨਾਂ ਨੇ ਜਿਹੜੇ ਸਕੂਲਸ ਆਫ ਐਮੀਨੈਂਸ ਲਈ 200 ਕਰੋੜ ਰੁਪਏ ਰੱਖਿਆ ਸੀ, ਖਰਚਾ ਨਹੀਂ ਕੀਤਾ, ਪਰ ਸਰਕਾਰ ਖਰਚਾ ਇੱਕ ਧੇਲਾ ਨਹੀਂ ਕੀਤਾ, ਇੱਕ ਵੀ ਸਕੂਲ ਦਾ ਇੰਪਰੂਵਮੈਂਟ ਨਹੀਂ ਕੀਤੀ, ਇੱਕ ਸਕੂਲ ਨਹੀਂ ਬਣਿਆ ਸਕੂਲ ਆਫ ਐਮੀਨੈਂਸ ਜੀ। ਉਹ ਹੁਣ 200 ਕਰੋੜ ਹੀ ਫੇਰ ਰੱਖਿਆ ਅਗਲੇ ਸਾਲ ਲਈ ਜੀ। ਉਹ ਤਾਂ ਦੇਖਾਂਗੇ ਕਿ ਅਗਲੇ ਸਾਲ ਇਹ ਖਰਚਦੇ ਆ ਜਾਂ ਨਹੀਂ ਖਰਚਦੇ ਜੀ। ਅਜੇ ਤੱਕ ਤਾਂ ਕੁਝ ਵੀ ਨਹੀਂ ਹੋਇਆ। ਰਦਰ ਸਾਹਿਬ ਪ੍ਰੈਕਟੀਕਲ ਗੱਲ ਕਰਦੇ ਹਾਂ, ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ 300 ਯੂਨਿਟ ਬਿਜਲੀ ਦੇ ਜਿਹੜੇ ਮੁਫਤ ਦਾਵਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਨਹੀਂ ਮਿਲ ਰਹੇ? ਹਾਂ,
ਜਿਹੜੇ ਆਪਣਾ 300 ਯੂਨਿਟ ਬਿਜਲੀ ਦੇ ਤੁਸੀਂ ਕਿਹਾ ਹੈਗਾ ਆ, ਇਹ ਕਲੇਮ ਕਰ ਰਿਹਾ ਕਿ 86% ਲੋਕਾਂ ਨੂੰ ਮਿਲ ਰਿਹਾ ਜੀ ਬਿਲਕੁਲ, ਔਰ ਇਹ ਵੀ ਕਲੇਮ ਕਰ ਰਿਹਾ ਕਿ 90% ਲੋਕਾਂ ਨੂੰ ਮਿਲ ਰਿਹਾ ਜੀ। ਲੇਕਿਨ ਮੈਂ ਕੋਮਲ ਜੀ ਤੁਹਾਡੇ ਰਾਹੀਂ ਆਪਣਾ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜੀ ਕਿ ਕਦੇ ਕਰਜ਼ਾ ਚੱਕ ਕੇ ਵੀ ਕੋਈ ਚੀਜ਼ ਫ੍ਰੀ ਦਿੱਤੀ ਜਾਂਦੀ ਹੈ? ਜੀ ਆਪਾਂ ਤਾਂ ਰੋਜ਼ ਹੀ ਕਰਜ਼ੇ ਥੱਲੇ ਆ ਰਹੇ ਆ, ਨਵੇਂ ਕਰਜ਼ੇ ਥੱਲੇ ਆ ਰਹੇ ਆ। ਜੀ ਜਿੱਦਾਂ ਕਹਿੰਦੇ ਨੇ ਜੀ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਜੀ ਜਦੋਂ ਤੁਹਾਡੇ ਕੋਲ ਪੈਸਾ ਹੋਵੇ ਜ਼ਰੂਰ ਫ੍ਰੀ ਦਿਓ, ਜੀ ਲੇਕਿਨ ਫ੍ਰੀ ਤਾਂ ਮੈਂ ਤਾਂ ਵੀ ਨਹੀਂ ਸਪੋਰਟ ਕਰਦਾ ਕਿ ਤੁਹਾਡੇ ਕੋਲ ਪੈਸੇ ਹੋਣ ਵੀ ਤਾਂ ਵੀ ਨਹੀਂ ਫ੍ਰੀ ਦੇਣਾ ਚਾਹੀਦਾ ਜੀ। ਕੋਮਲ ਜੀ ਮੈਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਗਿਆ, ਸਾਡੇ ਤੋਂ ਤਾਂ ਕਿਤੇ ਕਈ ਗੁਣਾ ਅਮੀਰ ਹੈ ਜੀ ਬਿਲਕੁਲ। ਉੱਥੇ ਪਾਰਕਿੰਗ ਫੀਸ ਤੱਕ ਲਈ ਜਾਂਦੀ ਹੈ। ਜੇ ਤੁਸੀਂ ਕਿਤੇ ਜਿੱਦਾਂ ਇੱਥੇ ਰੋਜ਼ ਗਾਰਡਨ ਹੈ 16 ਸੈਕਟਰ 'ਚ, ਉੱਥੇ ਚਲੇ ਜਾਓ ਤੇ ਉੱਥੇ ਜੇ ਤੁਸੀਂ ਗੱਡੀ ਜਾ ਕੇ ਖੜੀ ਕਰਦੇ ਹੋ ਘੰਟਿਆਂ ਦੇ ਹਿਸਾਬ ਨਾਲ ਪਾਰਕਿੰਗ ਫੀਸ ਲੈਂਦੇ ਆ ਜੀ ਬਿਲਕੁਲ। ਤੁਸੀਂ 에ਅਰਪੋਰਟ ਤੇ ਚਲ ਜਾਓ, ਆਪਣੇ ਤਾਂ ਇੱਥੇ ਸਾਰੀਆਂ 에ਅਰਪੋਰਟ ਤੇ ਟਰਾਲੀਆਂ ਵੀ ਜਦੀਆਂ ਮਰਜ਼ੀ ਖਿੱਚ ਕੇ ਜਿੱਥੇ ਮਰਜ਼ੀ ਲਿਜਾ ਕੇ ਛੱਡ ਦਿੰਦੇ ਆ ਜੀ ਬਿਲਕੁਲ। ਉੱਥੇ ਤੁਹਾਨੂੰ ਟਰਾਲੀ ਵੀ ਪੈਸੇ ਦੇ ਕੇ ਮਿਲਦੀ ਆ, ਡਾਲਰ ਦੇਣਾ ਪੈਂਦਾ ਇੱਕ ਤਾਂ ਤੁਹਾਨੂੰ ਟਰਾਲੀ ਮਿਲਦੀ ਆ। ਜੇ ਇਹੋ ਜਿਹੇ ਮੁਲਕਾਂ ਦੇ ਵਿੱਚ ਇਹੋ ਜਿਹਾ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਤੇ ਸਾਡੇ ਇੱਥੇ ਸਾਨੂੰ ਬਰਬਾਦ ਕਰਨ ਦੀ ਕਿ ਅਸੀਂ ਇਹਨਾਂ ਨੂੰ ਗਰੰਟੀ ਦਿੱਤੀ ਹੈ ਜੀ। ਗਰੰਟੀ ਕਹਿੰਦੇ ਪਹਿਲੀ ਗਰੰਟੀ, ਦੂਜੀ ਗਰੰਟੀ, ਤੀਜੀ ਗਰੰਟੀ, ਸਾਨੂੰ ਗਰੰਟੀਆਂ ਦਿੱਤੀਆਂ। ਮੈਨੂੰ ਲੱਗਦਾ ਇੱਕੋ ਹੀ ਗਰੰਟੀ ਮਿਲੀ ਹੈ ਕਿ ਅਸੀਂ ਤੁਹਾਨੂੰ ਬਰਬਾਦ ਕਰਕੇ ਛੱਡਾਂਗੇ ਜੀ, ਔਰ ਉਹ ਉਸ ਲਾਈਨ ਤੇ ਚੱਲ ਰਹੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਧੇਲਾ 1 ਰੁਪਈਆ ਲੱਗਦਾ ਨਹੀਂ ਕਿ ਰਿਸ਼ਵਤਖੋਰੀ ਲੱਦੜ ਸਾਹਿਬ ਪੰਜਾਬ ਦੇ ਵਿੱਚ ਘਟੀ ਹੈ, ਕਿਉਂਕਿ ਦਾਵਾ ਕਰਦੀ ਹੈ ਸਰਕਾਰ ਵੀ 1% ਵੀ ਰਿਸ਼ਵਤਖੋਰੀ ਨਹੀਂ ਹੋ ਰਹੀ। ਜੇ ਹੋ ਰਹੀ ਹੈ ਤਾਂ ਵੀਡੀਓ ਭੇਜੋ, ਉਸ ਤੇ ਕਾਰਵਾਈ ਹੋਏਗੀ, ਚਾਹੇ ਆਮ ਆਦਮੀ ਪਾਰਟੀ ਦਾ ਮੰਤਰੀ ਹੋਵੇ। ਕੋਮਲ ਜੀ ਇਹ ਠੀਕ ਹੈ ਕਿ ਵਿਜੀਲੈਂਸ ਨੇ ਕਈ ਸਾਬਕਾ ਅਫਸਰ ਤੇ ਕਈ ਸਾਬਕਾ MLA ਜਾਂ ਜਿਹੜੇ ਆਪਣੇ ਮਿਨਿਸਟਰ ਹੈ ਉਹਨਾਂ ਨੂੰ ਫੜਿਆ ਹੈਗਾ, ਲੇਕਿਨ ਜਿਵੇਂ ਉਹਨਾਂ ਨੂੰ ਫੜਿਆ ਹੈਗਾ ਮੈਂ ਇਸ ਗੱਲ ਦੀ ਜ਼ਰੂਰ ਤਾਰੀਫ ਕਰਾਂਗਾ ਕਿ ਆਪਣਾ ਇਹ ਜਿਹੜਾ ਪਹਿਲਾ ਪੋਲੀਟੀਕਲ ਕਲਾਸ ਵਿੱਚ ਜਾਂ ਅਫਸਰ ਕਲਾਸ ਵਿੱਚ ਜਿਹੜਾ ਡਰ ਤੇ ਭੈ ਇਸ ਵਾਰੀ ਪੈਦਾ ਹੋਇਆ, ਇਹ ਕਦੇ ਪੈਦਾ ਨਹੀਂ ਹੋਇਆ ਜੀ। ਮਤਲਬ ਇਹ ਇਸ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਤਾਰੀਫ ਕਰਦੇ ਹੋ? ਮੈਂ ਸ਼ਲਾਘਾ ਕਰਾਂਗਾ ਜੀ, ਮੈਂ ਸ਼ਲਾਘਾ। ਜਿੱਥੇ ਤੁਸੀਂ ਸੁਣ ਸਕਦੇ ਹੋ BJP ਆਗੂ ਜਿਹੜੇ ਨੇ ਸਾਬਕਾ IAS ਨੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਰੀਫ ਜ਼ਰੂਰ ਕਰ ਰਹੇ ਨੇ। ਮੈਂ 100% ਤਾਰੀਫ ਕਰਾਂਗਾ ਕਿਉਂਕਿ ਇੱਕੋ ਇੱਕ ਏਰੀਆ ਹੈਗਾ। ਦੇਖੋ ਪਹਿਲਾਂ ਵੀ ਸਰਕਾਰ ਨੂੰ ਵਿਜੀਲੈਂਸ ਡਿਪਾਰਟਮੈਂਟ ਦਾ ਪਹਿਲਾਂ ਬਹੁਤ ਸਾਲਾਂ ਦਾ ਚੱਲ ਰਿਹਾ, ਲੇਕਿਨ ਉਹਨਾਂ ਨੇ ਕਦੇ ਇੰਨੀ ਸ਼ਿੱਦਤ ਦੇ ਨਾਲ ਕੰਮ ਨਹੀਂ ਕੀਤਾ ਜਿੰਨਾ ਇਸ ਵਾਰੀ ਕਰ ਰਹੇ ਆ, ਔਰ ਕਰਨਾ ਚਾਹੀਦਾ। ਠੀਕ ਹੈ, ਚਾਹੇ ਉਹ ਪ੍ਰੈਜ਼ੈਂਟ ਕੋਈ ਅਫਸਰ ਜਾਂ ਸਿਆਸੀ ਬੰਦਾ ਹੋਵੇ, ਚਾਹੇ ਸਾਬਕਾ ਹੋਵੇ, ਪੰਜਾਬ ਦਾ ਪੈਸਾ ਲੁੱਟਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹੀ ਗੁੱਡ ਗਵਰਨੈਂਸ ਦਾ ਫੰਡਾ ਆ ਜੀ। ਬਿਲਕੁਲ। ਫਿਰ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਦੀ ਗੁੱਡ ਗਵਰਨੈਂਸ ਨਹੀਂ ਹੈਗੀ? ਨਹੀਂ, ਦੇਖੋ ਗੁੱਡ ਗਵਰਨੈਂਸ ਕੱਲਾ ਆਪਣਾ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਫੜਾਈ ਹੀ ਤਾਂ ਕੱਲਾ ਗੁੱਡ ਗਵਰਨੈਂਸ ਨਹੀਂ ਹੈ। ਬਹੁਤ ਸਾਰੇ ਏਰੀਏ ਆ ਜਿਵੇਂ ਲਾਅ ਐਂਡ ਆਰਡਰ ਤੇ ਆ, ਲਾਅ ਐਂਡ ਆਰਡਰ ਤੇ ਗੈਂਗਸਟਰ ਵਾਰ ਜਿਹੜੀ ਹੈਗੀ ਆ ਪਹਿਲੀ ਵਾਰੀ ਇਸ ਸਰਕਾਰ ਦੇ ਵੇਲੇ ਦੇਖਣ ਨੂੰ ਮਿਲ ਰਹੀ ਹੈ। ਫਰੌਤੀਆਂ ਦਾ ਜਿਹੜਾ ਦੌਰ ਹੈਗਾ ਉਹ ਪਹਿਲੀ ਵਾਰੀ ਗਰਮ ਹੋਇਆ ਹੈਗਾ। ਜਿਹੜੇ ਸਾਡੇ ਵਪਾਰੀ ਆ ਉਹਨਾਂ ਦੀ ਜਿਹੜੀ ਜਾਨਮਾਲ ਦੀ ਰਾਖੀ ਆ ਉਹ ਨਹੀਂ ਹੋ ਰਹੀ। ਸਾਡਾ ਜਿਹੜਾ ਸਟੇਟ ਹੈ ਇਥੋਂ ਇੰਡਸਟਰੀ ਪਲਾਇਨ ਕਰ ਰਹੀ ਹੈ, ਦੂਜੇ ਸੂਬਿਆਂ 'ਚ ਭੱਜ ਰਹੀ ਹੈਗੀ ਆ। ਸਾਡਾ ਮੁੱਖ ਮੰਤਰੀ ਜਾ ਕੇ ਹੈਦਰਾਬਾਦ ਮੀਟਿੰਗਾਂ ਕਰ ਰਿਹਾ ਕਿ ਤੁਸੀਂ ਪੰਜਾਬ 'ਚ ਆਓ। ਇੱਥੋਂ ਦੇ ਜਿਹੜੇ ਇੰਡਸਟਰੀਅਲਿਸਟ ਆ ਉਹ ਯੂਪੀ ਜਾ ਕੇ ਮੁੱਖ ਮੰਤਰੀ ਯੂਪੀ ਨਾਲ ਮੀਟਿੰਗਾਂ ਕਰ ਰਹੇ ਕਿ ਸਾਨੂੰ ਇੱਥੇ ਤੁਸੀਂ ਸਹੂਲਤਾਂ ਦਿਓ, ਅਸੀਂ ਇੱਥੇ ਆ ਕੇ ਇਨਵੈਸਟ ਕਰਨਾ ਚਾਹੁੰਦੇ ਆ। ਸੋ ਹਰ ਫਰੰਟ ਦੇ ਉੱਤੇ ਸਵਾਏ ਆਪਣਾ ਵਿਜੀਲੈਂਸ ਦੇ ਕੋਈ ਇਹੋ ਜਿਹਾ ਮਹਿਕਮਾ, ਇੱਕ ਮਹਿਕਮਾ ਮੈਨੂੰ ਗਿਣਾ ਦਿਓ। ਜੇ ਤੁਸੀਂ ਹੈਲਥ ਡਿਪਾਰਟਮੈਂਟ ਦੀ ਗੱਲ ਕਰਦੇ ਹੋ, ਜਿਹੜੇ ਆਪਣਾ ਆਯੁਸ਼ਮਾਨ ਯੋਜਨਾ ਦਾ ਤਕਰੀਬਨ 1100 ਕਰੋੜ ਰੁਪਈਆ ਆਇਆ, ਉਹ 60 ਤੇ 40 ਦੀ ਰੇਸ਼ੋ ਨਾਲ ਆ ਰਿਹਾ। 60% ਸਟੇਟ ਗਵਰਨਮੈਂਟ ਨੇ, ਸੌਰੀ ਸੈਂਟਰ ਨੇ ਲੈਣਾ, 40% ਸਟੇਟ ਨੇ ਪਾਣਾ। ਔਰ ਇਹਨਾਂ ਨੇ ਹਰ ਜਗ੍ਹਾ ਭਗਵੰਤ ਮਾਨ ਦੀ ਫੋਟੋ ਲਾ ਕੇ ਵਾਈਟ ਵਾਸ਼ ਕਰਕੇ ਤੇ ਉੱਥੇ ਆਪਣਾ ਆਮ ਆਦਮੀ ਕਲੀਨਿਕ ਲਿਖ ਦਿੱਤਾ। ਪਹਿਲਾਂ ਮੈਨੂੰ ਇਹ ਦੱਸੋ ਕੋਮਲ ਜੀ ਕਿ ਜਿਹੜੀਆਂ ਸਰਕਾਰੀ ਡਿਸਪੈਂਸਰੀਆਂ ਚੱਲਦੀਆਂ ਕੀ ਉਹ ਮੁੱਖ ਮੰਤਰੀ ਦੀਆਂ ਨਹੀਂ ਹੈ? ਜੀ, ਮੁੱਖ ਮੰਤਰੀ ਦੀਆਂ ਨੇ। ਤੇ ਫਿਰ ਉੱਥੇ ਫੋਟੋ ਕਿਉਂ ਲਾਈ ਇਹਨਾਂ ਨੇ ਆਮ ਆਦਮੀ ਪਾਰਟੀ ਦੀ, ਆਮ ਆਦਮੀ ਕਲੀਨਿਕ ਦੀ? ਤੇ ਜਿਹੜੀਆਂ ਫੋਟੋਆਂ ਲਾ ਕੇ ਤੁਸੀਂ ਹੁਣ ਆਮ ਆਦਮੀ ਕਲੀਨਿਕ ਦਾ ਢੰਡੋਰਾ ਪਿੱਟ ਰਹੇ ਹੋ, ਉੱਥੇ ਜੋ ਇਲਾਜ ਹੋ ਰਿਹਾ, ਮੈਂ ਆਪਣਾ ਇਹਨਾਂ ਦਾ ਬਜਟ ਸੈਸ਼ਨ ਸੁਣ ਰਿਹਾ ਸੀਗਾ, ਜਿਹੜਾ ਇਹਨਾਂ ਦਾ ਹੈਲਥ ਮਿਨਿਸਟਰ ਹੈ ਉਹ ਕਹਿ ਰਿਹਾ ਹੈਗਾ ਕਿ ਅਸੀਂ 2 ਮਿਲੀਅਨ ਲੋਕਾਂ ਦਾ ਇਲਾਜ ਕੀਤਾ ਆਮ ਆਦਮੀ ਕਲੀਨਿਕ ਵਿੱਚ। ਜਦੋਂ ਆਪਣਾ ਵਿੱਤ ਮੰਤਰੀ ਜੀ ਭਾਸ਼ਣ ਦੇ ਰਹੇ ਸੀ, ਉਹਨਾਂ ਨੇ ਕਿਹਾ ਕਿ ਅਸੀਂ 10,05,000 ਬੰਦੇ ਦਾ ਇਲਾਜ ਕੀਤਾ। ਮਤਲਬ ਕਨਫਲਿਕਟ ਹੈ ਬਿਆਨਾਂ ਦੇ, ਜਾਨੀ ਕਿ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ 1 ਮਿਲੀਅਨ ਚ 10 ਲੱਖ ਹੁੰਦਾ ਹੈ ਕਿ 5 ਲੱਖ ਹੁੰਦਾ ਹੈ। ਸੋ ਇਸ ਕਰਕੇ ਇਹ ਸਿਰਫ ਇੱਕੋ ਕੰਮ ਚ ਐਕਸਪਰਟ ਹੈ, ਪੂਰੀ 100% ਇਹਨਾਂ ਦੀ ਐਕਸਪਰਟੀਜ਼ ਹੈ। ਚਾਹੇ ਤੁਸੀਂ ਇਹਨਾਂ ਦੇ ਕੋਈ ਆਪਣਾ ਬੁਲਾਰੇ ਨੂੰ ਲੈ ਲਓ, ਜਿੰਨੇ ਬੁਲਾਰੇ ਆ ਮਹਾ ਝੂਠ ਬੋਲਦੇ ਆ ਸਾਰਿਆਂ ਨੇ ਆਪਣਾ, ਮੈਨੂੰ ਲੱਗਦਾ ਉਹਨਾਂ ਨੇ ਝੂਠਾ ਪਾਣੀ ਕਰਕੇ ਦਿੱਤਾ ਹੋਇਆ ਤੇ ਅੰਮ੍ਰਿਤ ਕਰਕੇ ਪੀ ਜਾ ਰਹੇ। ਝੂਠ ਤੇ ਝੂਠ ਬੋਲੀ ਜਾਂਦੇ, ਝੂਠ ਤੇ ਝੂਠ ਬੋਲੀ ਜਾਂਦੇ, ਕੋਈ ਬੰਦਾ ਸੱਚ ਨਾ ਬੋਲਦਾ ਨਾ ਬੋਲਣ ਨੂੰ ਤਿਆਰ ਹੈ। ਗੱਲ ਕਰਦੇ ਆ BJP ਦੀ, ਤੁਸੀਂ ਝੂਠ ਦੀ ਗੱਲ ਕੀਤੀ।
ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਮੰਨਦੇ ਹੋ ਤੁਸੀਂ ਆਉਣ ਵਾਲੇ ਟਾਈਮ 'ਚ, ਕਿਉਂਕਿ ਪੰਜਾਬ ਪ੍ਰਧਾਨ ਹੋ ਤੁਸੀਂ ਬੀਜੇਪੀ ਦੇ ਐਸਸੀ ਵਿੰਗ ਦੇ? ਦੇਖੋ ਆਧਾਰ ਦੀ ਗੱਲ ਤਾਂ ਦੇਖੋ, ਤੁਹਾਨੂੰ ਜਿਹੜਾ 2022 ਦੀਆਂ ਚੋਣਾਂ ਹੋਈਆਂ ਜੀ 73 ਸੀਟਾਂ ਤੇ ਪਹਿਲੀ ਵਾਰੀ ਬੀਜੇਪੀ ਨੇ ਇਲੈਕਸ਼ਨ ਲੜਿਆ ਜੀ, ਜਿੱਤਿਆ ਤਾਂ ਇੱਕ ਵੀ ਨਹੀਂ ਨਾ ਬੀਜੇਪੀ ਨੇ। 2 ਐਮਐਲਏ ਜਿੱਤੇ ਆ, 2 ਐਮਐਲਏ, ਇੱਕ ਮੁਕੇਰੀਆਂ ਤੋਂ ਜਿੱਤਿਆ, ਇੱਕ ਪਠਾਨਕੋਟ ਤੋਂ ਸਾਡੇ ਬੀਜੇਪੀ ਦੇ ਪ੍ਰਧਾਨ ਜਿੱਤੇ ਆ, ਔਰ 10 ਲੱਖ ਤੋਂ ਉੱਪਰ ਵੋਟਾਂ ਮਿਲੀਆਂ। ਪਰ ਗੱਲ ਇਹ ਹੈ ਨਾ ਕਿ ਬੀਜੇਪੀ 73 ਸੀਟਾਂ ਤੇ ਚੋਣ ਲੜਦੀ ਹੈ, ਲੇਕਿਨ ਸਿਰਫ 2 ਸੀਟਾਂ ਤੇ ਕਾਬਜ਼ ਹੋ ਪਾਉਂਦੀ ਹੈ। ਕਿਵੇਂ ਦੇਖਦੇ ਹੋ? ਕਈ ਕਾਰਨ ਹੈ ਉਹਦੇ, ਕਈ ਕਾਰਨ ਹੈ। ਦੇਖੋ ਪਿਛਲਾ ਜਿਹੜਾ ਭਾਰਤੀ ਜਨਤਾ ਪਾਰਟੀ 23 ਸੀਟਾਂ ਤੇ ਲੜਦੀ ਰਹੀ ਹਮੇਸ਼ਾ ਅਕਾਲੀਆਂ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਿਛਲੇ ਕੁਝ ਸਾਲਾਂ ਦਾ ਇਤਿਹਾਸ ਰਿਹਾ, ਖਾਸ ਕਰਕੇ ਬਰਗਾੜੀ ਕਾਂਡ ਐਂਡ ਐਵਰੀਥਿੰਗ, ਅੱਜ ਵੀ ਤੁਹਾਨੂੰ ਪਤਾ ਹੈਗਾ ਸ਼ਾਇਦ ਕੋਈ ਜ਼ਮਾਨਤ ਵਗੈਰਾ ਰੱਦ ਹੋ ਗਈ ਹੈਗੀ ਆ ਮਾਨਯੋਗ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਦੀ। ਤੋ ਉਹਨਾਂ ਗੱਲਾਂ ਦੇ ਕਰਕੇ ਲੋਕਾਂ ਨੇ, ਕਰਪਸ਼ਨ ਵੀ ਹੋਈ ਹੈ ਉਸ ਦੌਰ ਦੇ ਵਿੱਚ, ਔਰ ਉਸ ਦੌਰ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਹੋਈਆਂ, ਚਾਹੇ ਉਹ ਡੇਰਾ ਜਿਹੜਾ ਹੈਗਾ ਉਹਨੂੰ ਮਾਫੀਨਾਮਾ ਸੀਗਾ, ਚਾਹੇ ਉਹਦੀ ਫਿਲਮ ਚਲਾਉਣੀ ਸੀਗੀ, ਚਾਹੇ ਆਪਣਾ ਉਹਨਾਂ ਦੋਸ਼ੀਆਂ ਨੂੰ ਜਿਹੜੇ ਜ਼ਿੰਮੇਵਾਰ ਸੀਗੇ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣਾ ਬੇਅਦਬੀ ਦੇ, ਉਹਨਾਂ ਦੇ ਖਿਲਾਫ ਐਕਸ਼ਨ ਨਾ ਲਿਆ ਜਾਣਾ ਹੈਗਾ। ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਲਿਆ ਹੈ ਨਾ, ਨਾਮਜ਼ਦ ਕੀਤੇ ਵੱਡੇ ਪੁਲਿਸ ਅਧਿਕਾਰੀ ਵੀ ਸਮੇਂ ਦੇ, ਜਿਹੜੇ 2015 ਦੇ ਵਿੱਚ ਬੇਅਦਬੀ ਵੇਲੇ ਪੁਲਿਸ ਅਧਿਕਾਰੀ ਸੰਬੰਧਿਤ ਸੀਗੇ, ਜਿਹਦੇ ਸੀਐਮ ਸੀਗੇ, ਸੁਖਬੀਰ ਬਾਦਲ ਸੀਗੇ, ਪ੍ਰਕਾਸ਼ ਸਿੰਘ ਬਾਦਲ, ਸਭ ਨੂੰ ਨਾਮਜ਼ਦ ਕੀਤਾ ਆਮ ਆਦਮੀ ਪਾਰਟੀ ਨੇ। ਦੇਖੋ ਇਸ ਤਰ੍ਹਾਂ ਹੈਗਾ ਆ ਕਿ ਆਪਣਾ ਅਜੇ ਤਾਂ ਇਹਨਾਂ ਦੀ ਨਾਮਜ਼ਦਗੀ ਹੀ ਹੈ ਲੇਕਿਨ ਇਹਨਾਂ ਨੂੰ ਵੀ 1 ਸਾਲ ਨਿਕਲ ਗਿਆ ਜਦੋਂ ਕਿ ਆਪਣਾ ਇਸ ਸਲੋਗਨ ਤੇ ਆਏ ਸੀਗੇ ਕਿ ਅਸੀਂ ਆਉਂਦਿਆਂ ਸਾਰ 1 ਮਹੀਨੇ ਦੇ ਅੰਦਰ ਅੰਦਰ ਫਾਈਲ ਆ ਦਾਂਗੇ। ਲੇਕਿਨ ਚਲੋ ਮੈਂ ਇਹ ਸਮਝਦਾ ਹੈਗਾ ਬਤੌਰ ਬੀਇੰਗ ਫਾਰਮਰ ਬਿਊਰੋਕਰੈਟ ਕਿ ਸਮਾਂ ਲੱਗਦਾ ਹੈ, ਲੇਕਿਨ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਇਹਨਾਂ ਨੇ ਵੀ 1 ਸਾਲ ਲਾ ਦਿੱਤਾ ਆਪਣੀ ਉਹਦਾ ਨੋਟਿਸ ਜਾਰੀ ਕਰਨ ਨੂੰ, ਠੀਕ ਹੈ ਨਾ, ਨੰਬਰ 1। ਨੰਬਰ 2 ਦੇ ਉੱਤੇ ਜਿਹੜਾ ਹੁਣ ਪ੍ਰੋਸੈਸ ਹੈ ਇਹ ਆਪਣਾ ਜੁਡੀਸ਼ੀਅਲ ਪ੍ਰੋਸੈਸ ਹੈ। ਜੁਡੀਸ਼ਰੀ ਨੇ ਪੁਣਛਾਣ ਕਰਕੇ ਮੈਰਿਟਸ ਡੀਮੈਰਿਟਸ ਦੇਖ ਕੇ ਜ਼ਿੰਮੇਵਾਰੀ ਫਿਕਸ ਕਰਕੇ ਸਜ਼ਾ ਦੇਣੀ ਹੈ ਦੋਸ਼ੀਆਂ ਨੂੰ। ਜੁਡੀਸ਼ੀਅਲ ਪ੍ਰੋਸੈਸ ਹੈ। ਆਪਾਂ ਰਿਟਨ ਕਨਸਟੀਟਿਊਸ਼ਨ ਦੇ ਅੰਡਰ ਕੰਮ ਕਰਦੇ ਹਾਂ ਬਿਲਕੁਲ, ਲੇਕਿਨ ਇਹ ਆਪਣਾ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਚਾਹੇ ਭਾਵੇਂ ਵਿਜੀਲੈਂਸ ਦਾ ਐਕਸ਼ਨ ਹੋਵੇ, ਭਾਵੇਂ ਆਪਣਾ ਪੁਲਿਸ ਦਾ ਐਕਸ਼ਨ ਹੋਵੇ, ਜਿੱਥੇ ਕਿਤੇ ਸਰਕਾਰ ਚੰਗਾ ਕੰਮ ਕਰੇਗੀ ਤਾਂ ਇਹਦਾ ਮਾਪਦੰਡ ਕੀ ਹੈ? ਮਾਪਦੰਡ ਹੈਗਾ ਲੋਕਾਂ ਦੀ ਪਰਸੈਪਸ਼ਨ, ਲੋਕਾਂ ਦਾ ਵੋਟਾਂ ਦੁਆਰਾ ਫਿਰ ਉਸ ਪਾਰਟੀ ਨੂੰ ਦੁਬਾਰਾ ਰਾਜ 'ਚ ਲੈ ਕੇ ਆਣਾ। ਮਤਲਬ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਆਮ ਆਦਮੀ ਪਾਰਟੀ ਦੁਬਾਰਾ ਪੰਜਾਬ ਦੇ ਵਿੱਚ ਕਾਬਜ਼ ਹੋ ਸਕਦੀ ਹੈ 5 ਸਾਲਾਂ ਬਾਅਦ? ਦੇਖੋ ਮੈਂ ਤਾਂ ਅਜੇ ਤਾਂ ਸਾਲ ਹੀ ਹੋਇਆ, ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜੀ ਪਾਰਟੀ ਹੈਗੀ ਆ, ਕਿਉਂਕਿ ਇਹ ਝੂਠ, ਇਹਨਾਂ ਦਾ ਜਿਹੜਾ ਸੁਪਰੀਮੋ ਉਹ ਵੀ ਝੂਠਾ ਆ, ਤੇ ਜਿਹੜੇ ਇਹਨਾਂ ਦੇ ਵਜ਼ੀਰ ਤੇ ਐਮਐਲਏ ਆ, ਤੁਹਾਨੂੰ ਪਤਾ 52 ਐਮਐਲਏਆਂ ਦੇ ਖਿਲਾਫ, ਜਿਹੜੇ ਅੱਜ ਦੇ ਸਿਟਿੰਗ ਐਮਐਲਏ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ, 52 ਐਮਐਲਏ ਦੇ ਖਿਲਾਫ ਪਰਚੇ ਆ। ਕਿਹੜੇ ਪਰਚੇ ਆ? ਲੈਂਡ ਗ੍ਰੈਬਿੰਗ ਦੇ, ਕੁੱਟਮਾਰ ਦੇ, 307 ਤੱਕ ਦੇ ਅਟੈਂਪਟ ਟੂ ਮਰਡਰ, 52 ਐਮਐਲਏ ਦੇ ਪਰਚੇ ਹੈਗੇ ਆ। ਸਰ ਕਿਹੜੇ ਪੋਲੀਟੀਸ਼ੀਅਨ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਹੜੇ ਪੋਲੀਟੀਸ਼ੀਅਨ ਤੇ ਪਰਚਾ ਨਹੀਂ ਹੁੰਦਾ? ਕੋਈ ਨਾ ਕੋਈ ਅਜਿਹੇ ਧਰਨਾ ਮੁਜ਼ਾਹਰਾ, ਕੋਈ ਨਾ ਕੋਈ ਪਰਚਾ ਹਰ ਇੱਕ ਪੋਲੀਟੀਸ਼ੀਅਨ ਦੇ ਨਾਲ ਸੰਬੰਧਿਤ ਹੈ ਅੱਜ ਦੇ ਟਾਈਮ। ਨਹੀਂ ਇਹ ਗੱਲ ਨਹੀਂ ਅਮੋਲ ਜੀ। ਆਪਣਾ ਦੇਖੋ ਜਿਹੜਾ ਇਹਨਾਂ ਦਾ ਨਾਰਾ ਸੀਗਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਰਾਜਨੀਤੀ ਬਦਲਣ ਆਏ ਹਾਂ, ਠੀਕ ਹੈ ਨਾ। ਸੋ ਇਸ ਕਰਕੇ ਪਰਚਿਆਂ ਦੀ ਭਾਸ਼ਾ ਆਪਾਂ ਨਾ ਬੋਲੀਏ ਕਿ ਵੀ ਪਰਚੇ ਜਿਹੜਾ ਪਾਰਟ ਐਂਡ ਪਾਰਸਲ ਆਫ ਪੋਲੀਟੀਸ਼ੀਅਨ ਹੈ। ਅਸੀਂ ਜਿਹੜਾ ਪਬਲਿਕ ਲਾਈਫ ਹੈ ਉਹਦੇ ਵਿੱਚ ਅਸੀਂ ਲੋਕਾਂ ਨੂੰ ਨੀਟ ਐਂਡ ਕਲੀਨ ਲੋਕਾਂ ਨੂੰ ਚਾਹੁੰਦੇ ਹਾਂ ਕਿ ਲੋਕਾਂ ਦੀ ਸੇਵਾ ਕਰਨ, ਨਾ ਕਿ ਕ੍ਰਿਮੀਨਲ ਲੋਕੀ। ਬੀਜੇਪੀ ਕੋਲ ਨੀਟ ਐਂਡ ਕਲੀਨ ਲੋਕ ਹੈਗੇ ਨੇ? ਤੁਸੀਂ ਨੀਟ ਐਂਡ ਕਲੀਨ ਲੋਕਾਂ ਦੀ ਗੱਲ ਕੀਤੀ, ਬੜੇ ਸਾਫ਼ ਕਾਲਰ ਵਾਲੇ, ਵਾਈਟ ਕਾਲਰ ਲੋਕ। ਬੀਜੇਪੀ ਕੋਲ ਅਜਿਹੇ ਕਿੰਨੇ ਲੀਡਰ ਨੇ ਕਿ ਉਂਗਲਾਂ ਤੇ ਗਿਣਾ ਸਕਦੇ ਹੋ? ਬਹੁਤ ਸਾਰੇ ਲੀਡਰ ਪੰਜਾਬ 'ਚ। ਕਿਸੇ ਵੀ ਕ੍ਰਿਮੀਨਲ ਬੰਦੇ ਨੂੰ ਕੋਈ ਟਿਕਟ ਜਾਂ ਪਬਲਿਕ ਸਰਵਿਸ ਵਿੱਚ ਆਉਣ ਦੇ ਵਾਸਤੇ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ। ਪਿਛਲੇ ਤਕਰੀਬਨ 10 ਸਾਲ ਹੋ ਚੱਲੇ ਆ, 9 ਸਾਲ ਤਾਂ ਹੋ ਹੀ ਗਏ ਆ ਸੈਂਟਰ ਗਵਰਨਮੈਂਟ ਦੇ ਵਿੱਚ ਮੋਦੀ ਸਰਕਾਰ ਆਈ ਨੂੰ। ਤੁਸੀਂ ਦੱਸੋ ਕਿੰਨੇ ਮੰਤਰੀਆਂ ਦੇ ਖਿਲਾਫ ਘਪਲਾ ਜਾਂ ਭ੍ਰਿਸ਼ਟਾਚਾਰ ਦਾ ਕੋਈ ਕੇਸ ਹੈ? ਕੋਈ ਹੈ ਤਾਂ ਦੱਸੋ ਜੀ। ਸੱਤਾ 'ਚ ਕਾਬਜ਼ ਨੇ ਜੇ ਹੋਣਗੇ ਤਾਂ ਵੀ ਦੱਬ ਲਿੱਤੇ ਜਾਂਦੇ ਨਹੀਂ, ਇਦਾਂ ਨਹੀਂ ਹੈ। ਪਹਿਲਾਂ ਸੱਤਾ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪੋਜੀਸ਼ਨ ਤਾਂ ਚੁੱਪ ਕਰਕੇ ਨਹੀਂ ਬੈਠਦੀ। ਬਿਲਕੁਲ ਨਹੀਂ। ਤਾਂ ਇਸ ਕਰਕੇ ਆਪਣਾ ਸੱਤਾ 'ਚ ਹੁੰਦਿਆਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਕਿੰਨੇ ਘਪਲੇ ਉੱਠੇ ਸੀ? ਨਹੀਂ ਉੱਠੇ। ਬਿਲਕੁਲ। ਫਿਰ ਤੇ ਇਸ ਕਰਕੇ ਇਹ ਕਹਿਣਾ ਕਿ ਵੀ ਸੱਤਾ 'ਚ ਹੁੰਦਿਆਂ ਘਪਲੇ ਨਹੀਂ ਉੱਠਣਗੇ, ਇਹ ਤਾਂ ਸਹੀ ਨਹੀਂ ਹੈ। ਇਸ ਕਰਕੇ ਜੇ ਆਪਣਾ ਮੋਦੀ ਸਰਕਾਰ, ਦੇਖੋ ਆਪਣਾ ਅੱਜ ਦੇ ਦਿਨ ਦੇ ਵਿੱਚ ਨਾ ਸਿਰਫ ਸੈਂਟਰ ਦੇ ਵਿੱਚ ਮੋਦੀ ਦੀ ਪੂਰੀ ਅੱਖ ਹੈਗੀ ਆਪਣਾ ਸੈਂਟਰ ਦੇ ਵਜ਼ੀਰਾਂ ਦੇ, ਬਲਕਿ ਸਾਰੇ ਸਟੇਟਾਂ ਦੇ ਜਿੱਥੇ ਬੀਜੇਪੀ ਰੂਲਡ ਹੈ, ਕਿਤੇ ਤੁਸੀਂ ਦੱਸ ਦਿਓ ਵੀ ਆਹ ਸਰਕਾਰ ਆਪਣਾ ਕਰਪਸ਼ਨ ਕਰ ਰਿਹਾ ਬੰਦਾ, ਘਪਲਾ ਕਰ ਰਿਹਾ, ਸਕੈਮ ਹੋ ਰਿਹਾ। ਪੂਰੇ ਇੰਡੀਆ ਦੇ ਵਿੱਚ
ਆਪਣਾ ਕਰਪਸ਼ਨ ਫ੍ਰੀ ਸਰਕਾਰ ਦੇਣੀ ਸੈਂਟਰ 'ਚ ਵੀ ਤੇ ਸਟੇਟ 'ਚ ਵੀ, ਜੀ। ਇਹ ਬੀਜੇਪੀ ਦਾ ਪਹਿਲਾ ਲਕਸ਼ ਹੈ ਜੀ। ਤੋ ਇਸ ਕਰਕੇ ਜਦੋਂ ਪੰਜਾਬ ਸਰਕਾਰ ਆਏਗੀ ਉਦੋਂ ਤੁਸੀਂ ਮੈਨੂੰ ਦੱਸਿਓ ਕਿ ਜੀ ਆਹ ਕਰਪਟ ਬੰਦਾ ਇਹ ਕਿੱਦਾਂ ਆ ਗਿਆ ਤੁਹਾਡੇ। ਪਿੱਛੇ ਜੇ ਲੱਦੜ ਸਾਹਿਬ PM ਮੋਦੀ ਪੰਜਾਬ ਫੇਰੀ ਤੇ ਆਉਂਦੇ ਨੇ ਤੇ ਕਿਹਾ ਜਾਂਦਾ ਕਿ ਉਹਨਾਂ ਦਾ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋ ਗਿਆ। ਕੇਂਦਰ ਨੇ ਪੰਜਾਬ ਸਰਕਾਰ ਤੋਂ ਉਹਦੀ ਰਿਪੋਰਟ ਵੀ ਮੰਗੀ ਹੈ। ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ? ਦੇਖੋ ਬੜੀ ਮੰਦਭਾਗੀ ਘਟਨਾ ਸੀ ਇਹ। ਹੋਈ ਤਾਂ ਸੀਗੀ 5 ਜਨਵਰੀ 2022 ਨੂੰ ਜੀ 2000 ਔਰ ਉਸ ਵੇਲੇ ਚੰਨੀ ਸਾਹਿਬ ਇਸ ਆਪਣਾ ਪੰਜਾਬ ਦੇ ਮੁੱਖ ਮੰਤਰੀ ਸੀਗੇ। ਲੇਕਿਨ ਉਹ ਕੱਲਿਆਂ ਨੂੰ ਆਪਾਂ ਦੋਸ਼ੀ ਜੇ ਮੰਨੀਏ, ਉਹ ਪਾਰਸ਼ਲੀ ਉਹ ਵੀ ਦੋਸ਼ੀ ਸੀਗੇ ਉਹ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ। ਲੇਕਿਨ ਹੁਣ ਉਹਦੀ ਜਾਂਚ ਇੱਕ ਰਿਟਾਇਰਡ ਸੁਪਰੀਮ ਕੋਰਟ ਦੇ ਜੱਜ ਨੇ ਕੀਤੀ। ਉਹਨੇ ਆਪਣਾ ਚੀਫ ਸੈਕਟਰੀ DGP ਸਮੇਤ ਕੋਈ 9 ਅਫਸਰਾਂ ਨੂੰ ਆਪਣਾ ਦੋਸ਼ੀ ਮੰਨਿਆ। ਤਾਂ ਉਹਨਾਂ ਦੀ ਰਿਪੋਰਟ ਜਦੋਂ ਉਹਨਾਂ ਨੇ ਐਕਸ਼ਨ ਟੇਕਨ ਰਿਪੋਰਟ ਮੰਗੀ ਤਾਂ ਆਪਣਾ ਪੰਜਾਬ ਸਰਕਾਰ ਨੂੰ ਯਾਦ ਆਪਣਾ ਜਾਗ ਆਈ ਤੇ ਆਪਣਾ ਇਹਨਾਂ ਨੇ ਹੁਣ ਆਪਣਾ ਖੰਗਾਰ ਰਿਹਾ, ਚਾਰ ਸ਼ੀਟ ਕਰ ਰਿਹਾ ਵਗੈਰਾ ਵਗੈਰਾ, ਭੇਜਣਗੇ ਰਿਪੋਰਟ, ਭੇਜਣੀ ਪੈਣੀ ਹੈ ਕਿਉਂਕਿ ਸਾਰੇ IAS ਤੇ ਸਾਰੇ IPS ਅਫਸਰ ਭਾਰਤ ਸਰਕਾਰ ਦੇ ਚੁਣੇ ਹੋਏ ਆ ਔਰ ਭਾਰਤ ਸਰਕਾਰ ਦੇ ਆਫੀਸਰ ਹੈ। ਇਹ ਨਹੀਂ ਕਰ ਸਕਦੇ ਕਿ ਅਸੀਂ ਤਾਂ ਨਹੀਂ ਭੇਜਣੀ। ਹੁਣ ਪੰਜਾਬ ਸਰਕਾਰ ਜਿਹੜੀ ਆਪਣਾ ਜੋ ਇਹਨਾਂ ਨੂੰ ਚੰਗਾ ਲੱਗਦਾ ਉਹ ਕਰਦੇ ਆ, ਜੋ ਨਹੀਂ ਚੰਗਾ ਆਰਬਿਟਰੀਨੈਸ ਹੈ। ਕਾਇਦਾ ਕਾਨੂੰਨ ਨਹੀਂ ਮੰਨਦੇ, ਲਾਅ ਨੂੰ ਜਾਂ ਸੰਵਿਧਾਨ ਨੂੰ ਨਹੀਂ ਮੰਨਦੇ। ਦੇਖੋ ਸੰਵਿਧਾਨ ਆਪਣਾ ਇਹਨਾਂ ਦੇ ਆਪਣਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਜਿਹੜਾ DGP ਹੋਏਗਾ ਉਹਦੀ ਜਿਹੜੀ ਸਿਲੈਕਸ਼ਨ ਹੈ ਆਊਟ ਆਫ 3 ਆਫੀਸਰਸ ਹੋਏਗੀ, ਪੈਨਲ ਕਰੇਗਾ ਔਰ UPSC ਉਹਨੂੰ ਅਪਰੂਵ ਕਰੇਗੀ। UPSC ਅਪਰੂਵ ਕਰਦੀ ਹੈ। 8 ਮਹੀਨੇ ਹੋ ਗਏ DGP ਨੂੰ ਆਪਣਾ ਅਫੀਸ਼ੀਏਟਿੰਗ ਨੂੰ ਕਿ ਇਹਨਾਂ ਨੇ ਪੈਨਲ ਭੇਜਿਆ ਨਹੀਂ ਭੇਜਿਆ। ਸੋ ਇਸ ਕਰਕੇ ਜਦੋਂ ਗਵਰਨਰ ਸਾਹਿਬ ਪੁੱਛਦੇ ਆ ਕਿ ਵੀ ਮੈਨੂੰ ਇਹ ਦੱਸੋ ਇਹਨਾਂ ਮੁੱਦਿਆਂ ਦੇ ਉੱਤੇ ਮੈਨੂੰ ਜਵਾਬ ਦਿਓ, ਇਨਫੋਰਮੇਸ਼ਨ ਦਿਓ। 2 ਲੱਖ ਬੱਚਾ ਸ਼ਡਿਊਲਡ ਕਾਸਟ ਡ੍ਰੌਪ ਕਰ ਗਿਆ ਕਿਉਂਕਿ ਵਜ਼ੀਫਾ ਨਹੀਂ ਮਿਲਿਆ ਤੇ ਉਹਦੀ ਇਨਫੋਰਮੇਸ਼ਨ ਕਿਹਨੇ ਦੇਣੀ ਹੈ? ਉਹਨੂੰ ਕਹਿੰਦੇ ਇੰਟਰਫੀਅਰ ਕਰਦੇ ਆ ਕਿ ਇਹ ਸਰਕਾਰ ਨੂੰ ਤਾਂ ਮੈਂ ਮਤਲਬ 10 ਦੇ ਵਿੱਚੋਂ 2 ਨੰਬਰ ਤੋਂ ਵੱਧ ਨਹੀਂ ਦੇਵਾਂਗਾ। ਤੁਸੀਂ ਮਤਲਬ ਰੈਂਕਿੰਗ ਦੇ ਰਹੇ ਹੋ ਸਰਕਾਰ? ਮੈਂ ਰੈਂਕਿੰਗ ਦੇ ਰਿਹਾ। ਜਦੋਂ IAS ਅਫਸਰ ਵੀ ਇਹਨਾਂ ਦੀ ਰਿਪੋਰਟ ਜਾਂਦੀ ਆ ਉਹਨਾਂ ਨੂੰ 10 ਦੇ ਵਿੱਚੋਂ ਕਿਸੇ ਨੂੰ 8, ਕਿਸੇ ਨੂੰ 8.5, 9, 9.5, 10 ਵੀ ਮਿਲਦੇ ਆ। 10 ਤਾਂ ਬਹੁਤ ਰੇਅਰ ਹੁੰਦੇ ਆ ਤੇ ਮੈਂ ਇਹਨਾਂ ਨੂੰ 10 ਤੋਂ 2 ਤੋਂ ਵੱਧ ਨੰਬਰ ਨਹੀਂ ਦੇ ਸਕਦਾ ਕਿਉਂਕਿ ਇਹਨਾਂ ਨੇ ਪਿਛਲੇ ਚਾਹੇ ਆਪਣਾ ਫਾਈਨਾਂਸਸ ਹੋਣ, ਚਾਹੇ ਲਾ ਐਂਡ ਆਰਡਰ ਹੋਵੇ, ਚਾਹੇ ਇਹਨਾਂ ਦੇ ਕੀਤੇ ਹੋਏ ਪ੍ਰੋਮਿਸ ਹੋਣ, ਕਿਤੇ ਵੀ ਕੰਮ ਕੀਤਾ ਨਜ਼ਰ ਨਹੀਂ ਆ ਰਿਹਾ। ਤੁਸੀਂ ਵੀ ਸਾਬਕਾ IAS ਰਹੇ ਹੋ ਤਾਂ ਕਿਵੇਂ ਦੇਖਦੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਦੀ ਟਿਊਨਿੰਗ ਕਿਵੇਂ ਦੀ ਹੈ? ਕਿਉਂਕਿ ਜੇਕਰ ਇੱਕ ਸਟੇਟ ਦੇ ਵਿੱਚ ਰੂਲ ਕਰਨਾ ਤਾਂ ਸਰਕਾਰ ਤੇ ਅਫਸਰਸ਼ਾਹੀ ਨੂੰ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਮਿਲ ਕੇ ਕੰਮ ਕਰਨਾ ਪੈਂਦਾ, ਲੇਕਿਨ ਅਕਸਰ ਟਕਰਾਅ ਵੇਖਿਆ ਜਾਂਦਾ ਹੈ। ਸਿੰਗਲਾ ਜੀ ਦੇਖੋ ਇਹ ਆਪਣਾ ਨਾ ਮੁੱਖ ਮੰਤਰੀ ਦੀ ਸਪੈਸ਼ਲੀ ਟਿਊਨਿੰਗ ਜਿਹੜੀ ਹੁੰਦੀ ਆ ਬਿਊਰੋਕ੍ਰੇਸੀ ਦੇ ਨਾਲ, ਇੱਥੇ ਇਸ ਵੇਲੇ ਇਹ 100% ਮਿਸਿੰਗ ਹੈ। ਕਾਰਨ ਕਿਉਂਕਿ ਜਿਹੜਾ ਹੈਗਾ ਸਾਨੂੰ ਜਦੋਂ ਅਸੀਂ IAS ਆਫੀਸਰ ਅਕੈਡਮੀ ਜਾਂਦੇ ਆ ਤਾਂ ਸਾਨੂੰ ਇੱਕ ਗੱਲ ਦੱਸੀ ਜਾਂਦੀ ਹੈ ਜਾਂਦਿਆਂ ਨੂੰ, ਜੁਆਇਨ ਕਰਦਿਆਂ ਨੂੰ, ਕਿ ਜਿਹੜਾ ਆਪਣਾ ਆਫੀਸਰ ਹੈ ਇਹ ਇੱਕ ਘੋੜੇ ਦੀ ਨਿਆਈ ਹੈ ਔਰ ਜਿਹੜਾ ਆਪਣਾ ਇਹਦਾ ਸਵਾਰ ਹੈ ਉਹ ਹੈਗਾ ਪੋਲੀਟੀਸ਼ੀਅਨ ਔਰ ਉਹ ਸਭ ਤੋਂ ਨੰਬਰ 1 ਹੁੰਦਾ ਮੁੱਖ ਮੰਤਰੀ। ਤਾਂ ਜਿਵੇਂ ਮੁੱਖ ਮੰਤਰੀ ਬਿਊਰੋਕ੍ਰੇਸੀ ਨੂੰ ਚਲਾਉਣਾ ਚਾਹੁੰਦਾ ਉਵੇਂ ਉਹ ਕੰਮ ਕਰਦੀ ਹੈ ਕਿਉਂਕਿ ਜੇ ਘੋੜੇ ਤੇ ਬੈਠਾ ਸਵਾਰ ਨੂੰ ਨਹੀਂ ਪਤਾ ਮੈਂ ਜਾਣਾ ਕਿੱਥੇ ਹੈ ਤਾਂ ਉਹ ਆਪਣੇ ਆਪ ਘੋੜਾ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਏਗਾ। ਨੰਬਰ 1। ਨੰਬਰ 2 ਦੇ ਉੱਤੇ ਆਪਣੇ ਸਿੰਗਲਾ ਜੀ ਕਿ ਆਪਣਾ ਬਿਊਰੋਕ੍ਰੇਸੀ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਡਰ ਤੇ ਸਹਿਮ ਹੈ। ਕੋਈ ਵੀ ਚੰਗਾ ਅਫਸਰ ਕੰਮ ਨਹੀਂ ਕਰਨਾ ਚਾਹੁੰਦਾ। ਕੀ ਕਾਰਨ ਹੈ ਸਰ? ਕਾਰਨ ਇਹਦਾ ਹੈਗਾ ਕਿ ਇੱਕ ਤਾਂ ਲਗਾਤਾਰ ਰੀਸ਼ਫਲਿੰਗ ਹੋ ਰਹੀ ਹੈ। Not only officers, ਮੰਤਰੀਆਂ ਦਾ ਦੇਖ ਸਕਦੇ ਹੋ ਬੀਤੇ ਕੱਲ ਜਿਹੜਾ ਹੈਗਾ 1 ਸਾਲ ਦੇ ਵਿੱਚ 3 ਵਾਰੀ ਮਹਿਕਮਾ ਬਦਲ ਰਿਹਾ। ਜਦ ਤੱਕ ਮਤਲਬ ਸਮਝ ਆਉਂਦੀ ਹੈ ਮਹਿਕਮੇ ਦੀ ਉਦ ਤੱਕ ਮਹਿਕਮਾ ਬਦਲਿਆ ਜਾਂਦਾ ਹੈ। ਇਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ the rolling stone gathers no moss। ਮੈਂ ਪੰਜਾਬੀ ਨਹੀਂ ਉਹਦੀ ਕਰਾਂਗਾ, ਪੰਜਾਬੀ ਬਹੁਤ ਭੈੜੀ ਹੈ। ਮੈਂ ਇਸ ਕਰਕੇ ਆਪਣਾ ਬੈਡ ਵਰਕਮੈਨ ਕੁਆਰਲ ਵਿਦ ਹਿਸ ਟੂਲਸ ਇਹਨੂੰ ਆਪਣਾ ਕਹਿਣਾ ਚਾਹੀਦਾ ਹੈਗਾ ਇਸ ਪ੍ਰੈਜ਼ੈਂਟ ਗਵਰਨਮੈਂਟ ਨੂੰ। ਕਿਉਂਕਿ ਦੇਖੋ ਮੈਂ ਆਪਣਾ ਇਸ ਕਰਕੇ ਨਹੀਂ ਕ੍ਰਿਟਿਸਾਈਜ਼ ਕਰ ਰਿਹਾ ਕਿ ਵੀ ਮੈਂ ਹੁਣ BJP ਜੁਆਇਨ ਕਰ ਲਿਆ। ਮੈਂ ਇੱਕ ਬਿਊਰੋਕ੍ਰੇਸੀ ਦਾ ਆਪਣਾ ਲੰਬਾ ਸਮਾਂ ਪਾਰਟ ਰਿਹਾ। 4 ਜ਼ਿਲ੍ਹਿਆਂ ਦੇ ਵਿੱਚ ਮੈਂ ਡਿਪਟੀ ਕਮਿਸ਼ਨਰ ਰਿਹਾ। ਮੈਂ ਦੋਨੇ ਸਰਕਾਰਾਂ 'ਚ ਕੰਮ ਕੀਤਾ, ਕਾਂਗਰਸ 'ਚ ਵੀ ਕੀਤਾ, ਭਾਜਪਾ ਤੇ ਅਕਾਲੀਆਂ 'ਚ ਵੀ ਕੀਤਾ। ਮੈਂ 6.5 ਸਾਲ ਡਿਵੀਜ਼ਨਲ ਕਮਿਸ਼ਨਰ ਰਿਹਾ ਜਿਹਦੇ ਥੱਲੇ 5-7 ਡਿਪਟੀ ਕਮਿਸ਼ਨਰ ਕੰਮ ਕਰਦੇ ਆ। ਮੈਂ ਬਤੌਰ ਪ੍ਰਿੰਸੀਪਲ ਸੈਕਟਰੀ ਬਣ ਕੇ ਆਪਣੇ ਚੰਗੇ ਮਹਿਕਮਿਆਂ 'ਚ ਕੰਮ ਕਰਕੇ ਰੀਸੈਂਟਲੀ ਰਿਟਾਇਰ ਹੋਇਆ। ਬਹੁਤ ਸਾਰੀਆਂ ਅਚੀਵਮੈਂਟਸ ਹੈ ਜਿਹੜੀਆਂ ਮੈਂ ਗਿਣਾ ਸਕਦਾ, ਤੁਹਾਡੇ ਕੋਲ ਇੰਨਾ ਸਮਾਂ ਨਹੀਂ ਸੁਣਨ ਨੂੰ। ਬਿਲਕੁਲ ਨਹੀਂ। ਲੇਕਿਨ ਜਦੋਂ ਤੱਕ ਤੁਹਾਡਾ ਮਿਨਿਸਟਰ ਤੇ ਤੁਹਾਡਾ ਮੁੱਖ ਮੰਤਰੀ ਤੁਹਾਡੇ ਵਿੱਚ ਵਿਸ਼ਵਾਸ ਨਹੀਂ ਜਤਾਉਂਦਾ ਤੁਸੀਂ ਕੰਮ ਨਹੀਂ ਕਰ ਸਕਦੇ। ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ CM ਕਹ ਲਈਏ ਸਰਕਾਰ ਤੇ ਬਿਊਰੋਕ੍ਰੇਸੀ ਦੀ ਆਪਸ ਵਿੱਚ ਟਿਊਨਿੰਗ ਕਿਉਂ ਨਹੀਂ ਬਣ ਰਹੀ? ਮੇਨ ਕਾਰਨ ਕੀ ਹੈ? ਦੇਖੋ ਮੇਨ ਕਾਰਨ ਤਾਂ ਇਹ ਹੈਗਾ ਆ ਕਿ ਕਿਉਂਕਿ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੈ। ਇਹਨਾਂ ਨੂੰ ਤਾਂ ਛੱਡੋ, ਆਪਣਾ ਅਫਸਰਾਂ ਨੂੰ ਤਾਂ ਛੱਡੋ,
ਆਪਣੇ ਮਿਨਿਸਟਰਾਂ ਤੇ ਵਿਸ਼ਵਾਸ ਨਹੀਂ ਹੈਗਾ। ਜੀ। ਆ ਤੁਸੀਂ ਦੇਖ ਲਓ ਅਜੇ ਕੱਲ ਫੇਸ਼ੇ ਮਹਿਕਮੇ ਬਦਲ ਦਿੱਤੇ ਆ, ਰੀਸ਼ਫਲ ਕਰ ਦਿੱਤੇ ਆ। ਕੀ ਕਾਰਨ ਮੰਨਦੇ ਹੋ ਵੀ ਲਗਾਤਾਰ ਜਿਹੜਾ ਹੈ ਮੰਤਰੀਆਂ ਦੇ ਮਹਿਕਮੇ ਬਦਲੇ ਜਾ ਰਹੇ ਨੇ, ਉਹਦਾ ਸਟੇਟ ਨੂੰ ਕੀ ਫਾਇਦਾ ਜਾਂ ਨੁਕਸਾਨ ਹੈ? ਸਟੇਟ ਨੂੰ ਤਾਂ ਨੁਕਸਾਨ ਹੀ ਨੁਕਸਾਨ ਹੈ, ਫਾਇਦਾ ਨਹੀਂ ਹੈ ਕੋਈ। ਜੀ। ਫਾਇਦਾ ਨਹੀਂ ਹੈ ਕੋਈ। ਕਿਵੇਂ? ਜੇ ਤਾਂ ਤੁਸੀਂ ਕੋਈ ਨਵਾਂ ਬੰਦਾ ਲੈ ਕੇ ਆਓ ਜੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਇਹ ਬੰਦਾ ਪੁਰਾਣਾ ਜਿਹੜਾ ਮਾੜਾ ਸੀਗਾ ਇਹਨੂੰ ਨਵੇਂ ਮਿਲਦਾ। ਜੀ। ਤੁਸੀਂ ਉਹਨਾਂ ਦੇ ਵਿੱਚ ਹੀ ਮਹਿਕਮੇ ਬਦਲ ਦਿੱਤੇ ਆ। ਜੀ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਮਾੜਾ ਕੰਮ ਕਰ ਰਹੇ ਸੀ ਜੀ। ਤਾਂ ਹੀ ਬਦਲੇ ਆ। ਜੀ। ਤੇ ਜੇ ਮਾੜਾ ਕੰਮ ਕਰ ਰਹੇ ਸੀ ਉਹਨਾਂ ਦੀ ਸ਼ਾਂਤੀ ਕਰੋ। ਜੀ। ਬਦਲਣਾ ਕਿਉਂ ਮਹਿਕਮਾ? ਜੀ। ਹੁਣ ਆਪਣਾ ਤੁਸੀਂ ਇਹ ਦੱਸੋ, ਅਮਨ ਅਰੋੜਾ ਦਾ ਮਹਿਕਮਾ ਬਦਲ ਦਿੱਤਾ। ਜੀ। ਲੋਕਲ ਗਵਰਨਮੈਂਟ ਲੈ ਕੇ ਬੈਠੇ ਸੀ, ਜੀ। ਉਹ ਅੱਛਾ ਮਹਿਕਮਾ ਹੈਗਾ। ਜੀ। ਹੁਣ ਉਹਦਾ ਨਵੇਂ ਮਹਿਕਮੇ ਦੇ ਵਿੱਚ ਆ ਕੇ ਉਹਨਾਂ ਨੂੰ ਗ੍ਰੀਵਾਂਸਸ ਪਤਾ ਨਹੀਂ ਕਿਆ ਕਿਆ ਇਹੋ ਜਿਹੇ ਲਾਈਟ ਜਿਹੇ ਮਹਿਕਮੇ ਦੇ ਦਿੱਤੇ। ਜੀ। ਹੈ ਤੇ ਕੈਬਨਿਟ ਵਜ਼ੀਰ ਹੀ ਹੈ। ਜੀ। ਲੇਕਿਨ ਇੱਕ ਬੰਦਾ ਮੰਨ ਲਓ ਲੁਧਿਆਣੇ ਦਾ ਡੀਸੀ ਹੈ, ਜੀ। ਇੱਕ ਬਰਨਾਲੇ ਦਾ ਡੀਸੀ ਹੈ। ਜੀ, ਫਰਕ ਤਾਂ ਹੈ ਉਹ ਹੀ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹਾਲਾਂਕਿ ਡੀਸੀ ਤਾਂ ਦੋਨੇ ਹੀ ਹੈ। ਜੀ, ਬਿਲਕੁਲ। ਤਾਂ ਇਸੇ ਤਰ੍ਹਾਂ ਮਿਨਿਸਟਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਉਹਨਾਂ ਦੇ ਕੱਦ ਬੁੱਤ ਦੇ ਮੁਤਾਬਕ ਜਦੋਂ ਕੰਮ ਕਰਨ ਨੂੰ ਮਿਲਦਾ ਤਾਂ ਉਹਨਾਂ ਨੂੰ ਇੱਕ ਸੈਂਸ ਆਫ ਸੈਟੀਸਫੈਕਸ਼ਨ ਆਉਂਦੀ ਹੈ ਕਿ ਅਸੀਂ ਆਪਣਾ ਕੁਝ ਡਿਲੀਵਰ ਕਰ ਰਹੇ ਹਾਂ, ਕੋਈ ਕੰਮ ਕਰ ਰਹੇ ਹਾਂ ਤੇ ਉਹਨਾਂ ਦਾ ਗਰੋਥ ਹੈ। ਤੇ ਜੇ ਗਰੋਥ ਬੈਕਵਰਡ ਲੱਗ ਰਹੀ ਹੈ ਤਾਂ ਫਿਰ ਉਹਨਾਂ ਦਾ ਕਾਹਦਾ, ਉਹਨਾਂ ਦਾ ਹੌਸਲਾ ਹੀ ਆਪਣਾ ਡੀਮੋਟੀਵੇਸ਼ਨ ਹੈ। ਤੁਸੀਂ ਆਪਣਾ ਮਹਿਕਮੇ ਬਦਲ ਰਹੇ ਹੋ, ਤੁਸੀਂ ਡੀਮੋਟੀਵੇਟ ਕਰ ਰਹੇ ਹੋ ਆਪਣੇ ਵਜ਼ੀਰਾਂ ਨੂੰ, ਡੀਮੋਟੀਵੇਟ ਕਰ ਰਹੇ ਹੋ ਆਪਣੇ ਅਫਸਰਾਂ ਨੂੰ। ਕੰਮ ਕੌਣ ਕਰੇਗਾ? ਜੀ ਬਿਲਕੁਲ। ਤੇ ਗੱਲ ਕਰੀਏ, ਆਖਰੀ ਸਵਾਲ ਹੈ ਮੇਰਾ, ਤੁਹਾਡਾ ਵੀ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ। ਬੀਜੇਪੀ ਜਿਹੜੇ ਸਾਬਕਾ ਕਾਂਗਰਸੀ ਨੇ, ਚਾਹੇ ਸੁਨੀਲ ਜਾਖੜ ਹੋਣ, ਚਾਹੇ ਮਨਪ੍ਰੀਤ ਬਾਦਲ ਹੋਣ, ਵੱਡੇ ਵੱਡੇ ਕਾਂਗਰਸੀਆਂ ਨੂੰ ਹੁਣ ਆਪਣੀ ਝੋਲੀ 'ਚ, ਆਪਣੀ ਗੋਦੀ 'ਚ ਬਿਠਾ ਰਹੀ ਹੈ। ਕੀ ਕਾਰਨ ਮੰਨਦੇ ਹੋ ਬੀਜੇਪੀ ਨੂੰ ਆਪਣੀ ਲੀਡਰਸ਼ਿਪ ਤੇ ਭਰੋਸਾ ਨਹੀਂ ਹੈਗਾ, ਜੋ ਕਾਂਗਰਸ 'ਚੋਂ ਜਿਹੜੇ ਦਾਗੀ ਲੋਕ ਨੇ ਉਹਨਾਂ ਨੂੰ ਲਿੱਤਾ ਜਾ ਰਿਹਾ? ਨਹੀਂ ਦੇਖੋ, ਤੁਹਾਡਾ ਜਿਹੜਾ ਇਹ ਸ਼ਬਦ ਹੈਗਾ ਕਿ ਦਾਗੀ ਲੋਕ, ਦਾਗੀ ਤਾਂ ਮੈਂ ਸਮਝਦਾ ਕਿ ਜਦ ਤੱਕ ਕੋਈ ਪ੍ਰੂਵ ਨਾ ਹੋ ਜਾਏ ਉਹਨਾਂ ਨੂੰ ਕਹਿਣਾ ਠੀਕ ਨਹੀਂ ਹੈ। ਜੀ ਬਿਲਕੁਲ। ਚਾਹੇ ਉਹ ਮਾਨਯੋਗ ਜਾਖੜ ਜੀ ਹੋਣ, ਚਾਹੇ ਕੋਈ ਹੋਰ ਵਜ਼ੀਰ ਹੋਵੇ ਸਾਬਕਾ। ਬੀਜੇਪੀ ਕੋਲ ਆਪਣੀ ਲੀਡਰਸ਼ਿਪ ਤੇ ਭਰੋਸਾ ਨਹੀਂ ਰਿਹਾ, ਮੈਂ ਜਾਣਨਾ ਨਹੀਂ। ਨੰਬਰ 2, ਇੱਕ ਤਾਂ ਇਹ ਹੈਗਾ ਕਿ ਵੀ ਜਿਹੜੇ ਆਪਣਾ ਕੋਈ ਦਾਗੀ ਹੈਗੇ, ਪਹਿਲੀ ਗੱਲ ਤਾਂ ਉਹਨਾਂ ਲਈ ਬੀਜੇਪੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਬੀਜੇਪੀ ਕਦੇ ਵੀ ਪ੍ਰੋਟੈਕਟ ਨਹੀਂ ਕਰੇਗੀ ਕਿਸੇ ਦਾਗੀ ਬੰਦੇ ਨੂੰ। ਜਿਵੇਂ ਤੁਸੀਂ ਸ਼ਾਮ ਸੁੰਦਰ ਅਰੋੜਾ, ਉਹ ਬੀਜੇਪੀ 'ਚ ਆ ਜ਼ਰੂਰ ਗਏ ਸੀ, ਜਦੋਂ ਉਹਨਾਂ ਦੇ ਉੱਤੇ ਉਹ ਕਰਪਸ਼ਨ ਦਾ ਕੇਸ ਹੋਇਆ ਤਾਂ ਕਿਸੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ, ਨਾ ਕਰੇ। ਅਸੀਂ ਕਿਸੇ ਵੀ ਦਾਗੀ ਬੰਦੇ ਨੂੰ ਬੀਜੇਪੀ ਦੇ ਵਿੱਚ ਨਾ ਉਹ ਵੈਲਕਮ ਹੈ, ਨਾ ਅਸੀਂ ਸਪੋਰਟ ਕਰਾਂਗੇ। ਫਿਰ ਬੀਜੇਪੀ ਵੱਲੋਂ ਸਾਬਕਾ ਕਾਂਗਰਸੀਆਂ ਨੂੰ ਬੜੇ ਧੜੱਲੇ ਨਾਲ ਐਂਟਰੀ ਦਿੱਤੀ ਜਾ ਰਹੀ ਹੈ, ਇਹ ਕੀ ਕਾਰਨ ਹੈ? ਚਾਹੇ ਗੁਰਪ੍ਰੀਤ ਸਿੰਘ ਕਾਂਗੜ ਹੋਣ, ਬਲਬੀਰ ਸਿੱਧੂ ਹੋਣ, ਸਭ ਨੂੰ ਬੀਜੇਪੀ ਵੈਲਕਮ ਕਰ ਰਹੀ ਹੈ। ਨਹੀਂ ਦੇਖੋ, ਤੁਸੀਂ ਇਹ ਮੰਨ, ਦੂਜੇ ਪਾਸੇ ਵਿਜੀਲੈਂਸ ਜਿਹੜੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਤਿਆਰ ਹੈ। 100% ਦੇ ਆਰ ਫ੍ਰੀ। ਦੇਖੋ, ਵਿਜੀਲੈਂਸ ਮਹਿਕਮੇ ਨੂੰ ਅਗਰ ਉਹ ਕੋਈ ਕਾਰਵਾਈ ਕਰ ਰਹੀ ਹੈ, ਅਗਰ ਕੋਈ ਇਨਵੈਸਟੀਗੇਸ਼ਨ ਕਰ ਰਹੀ ਹੈ, ਤਾਂ ਤੁਸੀਂ ਇੱਕ ਵੀ ਕੇਸ ਦਿਖਾ ਦਿਓ, ਅਸੀਂ ਕਿਸੇ ਨੂੰ ਬੀਜੇਪੀ ਨੇ ਰੋਕਿਆ ਨਹੀਂ ਹੈ, ਨਾ ਕਿਸੇ ਨੂੰ ਇਹ ਕੋਈ ਇੰਡੀਕੇਸ਼ਨ ਦਿੱਤੀ ਹੈ ਕਿ ਹੁਣ ਇਹ ਬੰਦਾ ਬੀਜੇਪੀ 'ਚ ਆ ਗਿਆ, ਇਸ ਕਰਕੇ ਸਾਫ਼ ਸੁਥਰਾ ਹੋ ਗਿਆ, ਹੁਣ ਤੁਸੀਂ ਇਹਨੂੰ ਟੱਚ ਨਾ ਕਰਿਓ। ਓਪਨ ਤਾਂ ਸਰ ਕੋਈ ਵੀ ਪਾਰਟੀ ਨਹੀਂ ਕਰਦੀ ਹੁੰਦੀ, ਕਿਆ ਪਤਾ ਅੰਡਰ ਦੀ ਟੇਬਲ ਐਦਾਂ ਦਾ ਕੋਈ ਰਸਤਾ ਬਣਿਆ ਹੋਵੇ ਜਿਹਦੇ ਨਾਲ ਜਿਹੜਾ ਹੈਗਾ ਬੀਜੇਪੀ 'ਚ ਜਾ ਕੇ ਇੱਕ ਸ਼ੈਲਟਰ ਮਿਲ ਜਾਂਦਾ ਹੋਵੇ ਲੀਡਰ ਨੂੰ। ਇਸ ਤਰ੍ਹਾਂ ਦਾ ਕੋਈ ਰਸਤਾ ਨਹੀਂ ਹੈ। ਤੁਸੀਂ ਦੱਸੋ, ਸ਼ਾਮ ਸੁੰਦਰ ਅਰੋੜੇ ਨੂੰ ਕੋਈ ਕਿਸੇ ਨੇ ਕਿਹਾ? ਜੀ ਨਹੀਂ, ਉਹਨਾਂ ਤੇ ਤਾਂ ਕਾਰਵਾਈ ਹੋਈ ਹੈ। ਕਾਰਵਾਈ ਹੋਈ ਨਾ, ਤਾਂ ਜੇ ਕਿਸੇ ਤੇ ਕਾਰਵਾਈ ਹੋਏਗੀ ਜਾਂ ਕਿਸੇ ਨੇ ਪੰਜਾਬ ਦਾ ਪੈਸਾ ਲੁੱਟਿਆ ਹੋਏਗਾ ਤਾਂ ਭਾਰਤੀ ਜਨਤਾ ਪਾਰਟੀ ਨਾ ਤਾਂ ਕਿਸੇ ਨੂੰ ਸ਼ੈਲਟਰ ਕਰੇਗੀ ਤੇ ਨਾ ਹੀ ਕਿਸੇ ਨੂੰ ਆਪਣਾ ਕੋਈ ਪ੍ਰੋਟੈਕਟ ਕਰੇਗੀ, ਨਾ ਹੀ ਉਹਦੇ ਨਾਲ ਖੜੇਗੀ, ਪ੍ਰੋਵਾਈਡਡ ਕਿ ਉਹ ਗਲਤ ਬੰਦਾ ਹੋਵੇ। ਜੇ ਉਹ ਬੰਦੇ ਸਹੀ ਹੈ ਤੇ ਭਾਰਤੀ ਜਨਤਾ ਪਾਰਟੀ, ਜੇ ਤੋਂ ਦੇਖੋ ਇਹ ਤਾਂ ਆਮ ਆਦਮੀ ਪਾਰਟੀ ਹੈ, ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਅੱਧੇ ਬੰਦੇ ਤਾਂ ਅਕਾਲੀਆਂ ਚੋਂ ਆਏ, ਅੱਧੇ ਬੰਦੇ ਆਏ ਆ ਕਾਂਗਰਸ ਚੋਂ, ਤੇ 52 ਬੰਦੇ ਇਹਨਾਂ ਦੇ ਵਿੱਚ ਉਹ ਆ ਜਿਨ੍ਹਾਂ ਦੇ ਖਿਲਾਫ FIRs ਹੈ। ਸਟਿਲ ਜਿਹੜਾ ਆਮ ਆਦਮੀ ਪਾਰਟੀ ਕੀ ਕਹਿੰਦੀ ਆ, ਅਸੀਂ ਕੱਟੜ ਇਮਾਨਦਾਰ ਹਾਂ। 2 ਵਜ਼ੀਰ, 1 MLA ਤਾਂ ਇਹਨਾਂ ਦੇ ਆਪਣਾ ਇੱਕ ਭੱਜਿਆ ਫਿਰਦਾ, ਇੱਕ ਵਜ਼ੀਰ ਆਪਣਾ ਤੁਹਾਨੂੰ ਪਤਾ ਅੰਦਰ ਰਹਿ ਕੇ ਵਿਜੇ ਸਿੰਘਲਾ, 1 MLA ਹਜੇ ਵੀ ਅੰਦਰ ਹੈ। ਸੋ ਇਸ ਕਰਕੇ ਇਹ ਆਪਣਾ ਦੇਖੋ, ਕਿਸੇ ਦੇ ਅੰਦਰ ਵੜ ਕੇ ਝਾਕਣਾ ਜਾਂ ਉਹਦੀ ਇਮਾਨਦਾਰੀ ਨੂੰ ਬੈਰੋਮੀਟਰ ਲਾ ਕੇ ਦੇਖਣਾ ਤਾਂ ਇੰਪੋਸੀਬਲ ਹੈ। ਲੇਕਿਨ ਐਜ ਏ ਪ੍ਰਿੰਸੀਪਲ ਭਾਰਤੀ ਜਨਤਾ ਪਾਰਟੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਪ੍ਰਤੀ। ਕਿਸੇ ਨੂੰ ਵੀ ਕੋਈ ਵੀ ਆਪਾਂ ਨਾ ਇਨਕਰੇਜ ਕਰੀਏ, ਨਾ ਉਹਨੂੰ ਟੋਲਰੇਟ ਕਰੀਏ। ਨੰਬਰ 1। ਨੰਬਰ 2 ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਬੇਸ ਵਧ ਰਿਹਾ, ਤੋਂ ਹਰ ਇੱਕ ਬੰਦਾ ਜਿਹੜਾ ਵੀ ਆਪਣਾ ਸਾਡੀਆਂ ਪਾਲਿਸੀਆਂ ਦੇ ਨਾਲ, ਬੀਜੇਪੀ ਦੇ ਨਾਲ ਸਹਿਮਤ ਹੈ, ਕੰਮ ਕਰਨਾ ਚਾਹੁੰਦਾ ਹੈਗਾ, ਭਾਰਤੀ ਜਨਤਾ ਪਾਰਟੀ ਉਹਨੂੰ ਵੈਲਕਮ ਕਰ ਰਹੀ ਹੈ। ਕਿਉਂਕਿ ਬੰਦਾ, ਤੁਹਾਨੂੰ ਇੱਕ ਇਹ ਵੀ ਦੱਸਣਾ ਚਾਹੁੰਦਾ ਮੈਂ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ, ਕਿ ਜਦੋਂ ਕੋਈ ਬੰਦਾ ਲੀਡਰ ਆਂਦਾ ਆ ਭਾਰਤੀ ਜਨਤਾ ਪਾਰਟੀ ਜਾਵੇ ਜਾਂ ਕਿਸੇ ਪੋਲੀਟੀਕਲ ਪਾਰਟੀ ਜਾਵੇ, ਤਾਂ ਉਹ ਕੱਲਾ ਨਹੀਂ ਜਾਂਦਾ, ਉਹਦੇ ਨਾਲ ਉਹਦਾ ਬੇਸ, ਉਹਦੀ ਟੀਮ, ਉਹਦਾ 5000 ਫਾਲੋਅਰ, 10000 ਫਾਲੋਅਰ, 20000 ਫਾਲੋਅਰ, ਉਹ ਵੀ ਉਹਦੇ ਨਾਲ ਜਾਂਦਾ। ਬਿਲਕੁਲ। ਸੋ ਸਾਰੇ ਬੰਦੇ ਮਾੜੇ ਨਹੀਂ ਹੁੰਦੇ। ਲੱਦੜ ਸਾਹਿਬ, ਆਖਰੀ ਸਵਾਲ ਹੈ, ਪੰਜਾਬ 'ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਸਾਬਕਾ ਅਧਿਕਾਰੀ ਰਹੇ ਹੋ, IAS ਰਹੇ ਹੋ। ਅੰਮ੍ਰਿਤਪਾਲ ਸਿੰਘ ਪਿੱਛੇ ਜਿਹੜੀ ਅਜਨਾਲਾ ਦੇ ਵਿੱਚ ਘਟਨਾ ਹੋਈ ਹੈ, ਉਹ ਅੰਮ੍ਰਿਤਪਾਲ ਸਿੰਘ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ?
ਦੇਖੋ ਆਪਣਾ ਜਿਹੜੀ ਆਪਣਾ ਅਜਨਾਲਾ ਇਨਸੀਡੈਂਟ ਹੋਇਆ ਬੜਾ, ਮੈਂ ਤਾਂ ਲੰਬਾ ਕੈਰੀਅਰ ਦੇ ਦੌਰਾਨ 24 ਸਾਲ ਦੇ ਵਿੱਚ ਮੈਂ ਬਹੁਤ ਸਾਰੀਆਂ ਅਲੱਗ-ਅਲੱਗ ਪੋਜੀਸ਼ਨਾਂ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਹੀ ਰਿਹਾ ਜੀ। ਕਦੇ ਐਸਡੀਐਮ, ਕਦੇ ਏਡੀਸੀ, ਕਦੇ ਡੀਸੀ, ਕਦੇ ਕਮਿਸ਼ਨਰ, ਜੀ। ਜਿੰਨਾ ਚਿਰ ਮੈਂ ਪ੍ਰਮੋਟ ਨਹੀਂ ਹੋ ਗਿਆ ਐਜ਼ ਪ੍ਰਿੰਸੀਪਲ ਸੈਕਟਰੀ। ਤਾਂ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਆਪਣੇ ਟੋਟਲ ਕੈਰੀਅਰ ਦੇ ਵਿੱਚ ਕਦੇ ਨਹੀਂ ਦੇਖਿਆ ਜੀ। ਈਵਨ ਮੈਂ ਜਦੋਂ ਜੁਆਇਨ ਕੀਤਾ 1991 ਚ, ਉਸ ਵੇਲੇ ਵੀ ਅੱਤਵਾਦ ਜਿਹੜਾ ਆ ਆਪਣੇ ਲਾਸਟ ਲੈਗਸ ਤੇ ਸੀਗਾ ਤੇ ਕਾਫੀ ਚੱਲ ਰਿਹਾ ਸੀਗਾ ਜੀ। ਉਹਨਾਂ ਦਿਨਾਂ ਦੇ ਵਿੱਚ ਵੀ ਕਦੇ ਕਿਸੇ ਥਾਣੇ ਦੇ ਉੱਤੇ, ਛੋਟੇ ਤੋਂ ਛੋਟੇ ਥਾਣੇ ਤੇ ਵੀ ਕਬਜ਼ਾ ਨਹੀਂ ਸੀ ਹੋਇਆ। ਸੋ ਇਹ ਅਨਪ੍ਰੈਸੀਡੈਂਟਡ ਹੈ ਔਰ ਸਭ ਤੋਂ ਵੱਡਾ ਫੇਲਿਓਰ ਜਿਹੜਾ ਆ ਆਮ ਆਦਮੀ ਪਾਰਟੀ ਦਾ, ਮੈਂ ਇਹਨੂੰ ਮੰਨਦਾ ਹਾਂ ਜੀ ਕਿ ਜਦੋਂ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਚੱਲ ਜਾਏ ਜੀ। ਦੇਖੋ ਗੱਲ ਇਹ ਹੈ ਸਿੰਗਲਾ ਜੀ ਕਿ ਪੰਜਾਬ ਦੇ ਵਿੱਚ 80,000 ਪੁਲਿਸ ਫੋਰਸ ਹੈ ਜੀ ਔਰ 3 ਕਰੋੜ 7 ਲੱਖ ਜਿਹੜਾ ਸਾਡੀ ਪਾਪੂਲੇਸ਼ਨ ਹੈ ਜੀ, ਔਰ ਇੱਕ ਪੁਲਿਸ ਕਰਮਚਾਰੀ ਤਕਰੀਬਨ 400 ਨਾਗਰਿਕਾਂ ਨੂੰ ਕੈਟਰ ਕਰਦਾ, ਯਾਨੀ 400 ਬੰਦੇ ਦੇ ਖਿਲਾਫ ਰਫਲੀ ਇੱਕ ਪੁਲਿਸ ਕਰਮਚਾਰੀ ਹੈ ਜੀ। ਜੇ ਡਰ ਨਾ ਹੋਵੇ ਪੁਲਿਸ ਦਾ ਜੀ ਤੇ 400 ਬੰਦੇ ਦੇ ਇੱਕ ਬੰਦਾ ਕੀ ਮਾਇਨੇ ਰੱਖਦਾ ਜੀ। ਬਿਲਕੁਲ, ਲੇਕਿਨ ਜੇ ਡਰ ਹੋਵੇ ਤਾਂ ਇੱਕ ਬੰਦਾ ਕਾਫੀ ਹੈ ਜੀ। तो ਇਸ ਕਰਕੇ ਇਸ ਸਰਕਾਰ ਦਾ ਸਭ ਤੋਂ ਵੱਡਾ ਫੇਲਿਓਰ ਇਹੀ ਹੈ ਕਿ ਇਹਨਾਂ ਨੇ ਪੁਲਿਸ ਦਾ ਡਰ ਤੇ ਪੈ ਜੀ। ਦੇਖੋ ਇੱਕ ਪਾਸੇ ਤਾਂ ਐਸਪੀ ਰੈਂਕ ਦੇ ਅਫਸਰਾਂ ਦੇ ਉੱਤੇ ਸੱਟਾਂ ਲੱਗੀਆਂ ਆ, ਉਹ ਇਲਾਜ ਕਰਾ ਰਹੇ ਆ ਜੀ। ਇੱਕ ਪਾਸੇ ਉਹਨਾਂ ਲੋਕਾਂ ਦੇ ਉੱਤੇ FIR ਤੱਕ ਨਹੀਂ ਹੋਈ ਅੱਜ ਤੱਕ। ਸੋ ਇਸ ਕਰਕੇ ਜਿਹੜਾ ਲਾ ਐਂਡ ਆਰਡਰ ਹੈ ਇਹ ਕੋਲੈਪਸ ਕਰ ਚੁੱਕਾ ਆ। ਬਹੁਤ ਸਾਰੇ ਲੋਕੀ ਸਾਨੂੰ ਪੁੱਛਦੇ ਆ ਕਿ ਜੀ ਆਪਣਾ ਤੁਹਾਡੀ ਕੇਂਦਰ ਸਰਕਾਰ ਵਿੱਚ ਭਾਜਪਾ ਰਾਜ ਕਰ ਰਹੀ ਹੈ, ਤੁਸੀਂ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਲਾ ਰਹੇ ਜੀ। ਬਿਲਕੁਲ, ਅਸੀਂ ਇਹ ਕਹਿ ਰਹੇ ਹਾਂ ਕਿ ਦੇਖੋ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, 92 MLA ਆਏ ਆ। ਜੇ ਤਾਂ ਗਵਰਨਰ ਸਾਹਿਬ ਕੋਈ ਗੱਲ ਪੁੱਛਦੇ ਉਹਨਾਂ ਨੂੰ ਕਹਿੰਦੇ ਇੰਟਰਫੇਅਰ ਕਰਦੇ ਆ, ਤੇ ਜੇ ਗਵਰਨਰ ਰੂਲ ਲੱਗ ਗਿਆ ਤਾਂ ਫਿਰ ਕਿੰਨੀ ਰੌਲੀ ਪਾਣਗੇ ਜੀ। ਬਿਲਕੁਲ, ਤਾਂ ਇਸ ਕਰਕੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ ਡੈਮੋਕ੍ਰੈਟਿਕ ਸਿਸਟਮ ਨੂੰ ਨੁਕਸਾਨ ਹੋਵੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈ। ਪਰਮਾਤਮਾ ਮਾਨਯੋਗ ਮੁੱਖ ਮੰਤਰੀ ਤੇ ਇਹਨਾਂ ਦੀ ਪੂਰੀ ਟੀਮ ਨੂੰ ਸਮਤ ਬਖਸ਼ੇ ਕਿ ਇੱਕ ਕੰਮ ਕਰਨ। ਦੇਖੋ ਪੁਲਿਸ ਕੋਈ ਮਾੜੀ ਨਹੀਂ ਹੈ ਜੀ, ਇਹ ਉਹੀ ਪੁਲਿਸ ਹੈ ਜਿਹਨੇ ਅੱਤਵਾਦ ਦੇ ਦਿਨਾਂ ਦੇ ਵਿੱਚ ਬੜੀਆਂ ਕੁਰਬਾਨੀਆਂ ਕਰਕੇ ਬਿਲਕੁਲ ਸ਼ਾਂਤੀ ਲਿਆਂਦੀ ਸੀ। ਤੇ ਜੇ ਇਹਨਾਂ ਨੂੰ ਤੁਸੀਂ ਕੰਮ ਨਹੀਂ ਕਰਨ ਦਿਓਗੇ ਫਿਰ ਉਹ ਕੰਮ ਕਿਵੇਂ ਕਰਨਗੇ? ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪੰਜਾਬ ਐਂਟਰੀ ਨੂੰ ਕਿਵੇਂ ਦੇਖਦੇ ਹੋ? ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ, ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਉਂਗਾ ਮੈਂ, ਯੂਥ ਨੂੰ ਸਹੀ ਰਾਹ ਤੇ ਪਾਉਂਗਾ, ਤੇ ਅਜਨਾਲਾ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ, ਕਿਵੇਂ ਦੇਖਦੇ ਹੋ? ਸਿੰਗਲਾ ਜੀ ਪੁਆਇੰਟ ਇਹ ਹੈਗਾ ਆ ਕਿ ਪੰਜਾਬ ਇੱਕ ਜਿਵੇਂ ਸਾਡਾ ਦੇਸ਼ ਡੈਮੋਕ੍ਰੈਟਿਕ ਹੈ ਜੀ, ਤਿਵੇਂ ਪੰਜਾਬ ਵੀ ਸਾਡਾ ਪਾਰਟ ਆਫ ਦਾ ਕੰਟਰੀ ਹੈ। ਐਗਜ਼ੈਕਟਲੀ, ਔਰ ਇੱਥੇ ਆਪਣਾ ਸੈਕੂਲਰ ਸਾਡਾ ਦੇਸ਼ ਹੈ ਜੀ। ਹਰ ਧਰਮ ਨੂੰ ਖੁੱਲ੍ਹ ਹੈਗੀ ਆ ਕਿ ਉਹ ਆਪਣਾ ਜਿਵੇਂ ਚਾਹੇ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਹੈ। ਜੇ ਉਹਨਾਂ ਨੇ ਅੰਮ੍ਰਿਤ ਪ੍ਰਚਾਰ ਕਰਨਾ ਹੈ ਕੋਈ ਦਿੱਕਤ ਨਹੀਂ ਹੈ, ਜੇ ਉਹਨਾਂ ਨੇ ਆਪਣੀ ਕੋਈ ਗੱਲ ਰੱਖਣੀ ਹੈ ਵਿਦਨ ਦਾ 4 ਵਾਲਸ ਆਫ ਦਾ ਕਨਸਟੀਟਿਊਸ਼ਨ, ਕੋਈ ਦਿੱਕਤ ਨਹੀਂ ਹੈ। ਲੇਕਿਨ ਐਟ ਦੀ ਸੇਮ ਟਾਈਮ ਆਪਾਂ ਵਿਦਨ ਇੰਡੀਆ ਆਪਾਂ ਕੋਈ ਲਾਲੈਸਨੈਸ ਨੂੰ ਅਗਰ ਆਪਾਂ ਕਹੀਏ ਪ੍ਰਮੋਟ ਕਰੇ ਤਾਂ ਇੱਥੇ ਸਟੇਟ ਗਵਰਨਮੈਂਟ ਦਾ ਫਰਜ਼ ਬਣਦਾ ਆ, ਕਿਉਂਕਿ ਲਾ ਐਂਡ ਆਰਡਰ ਇਜ਼ ਅ ਸਟੇਟ ਸਬਜੈਕਟ। ਐਗਜ਼ੈਕਟਲੀ, ਆਪਣੇ ਹਰ ਸਟੇਟ ਦੀ ਜ਼ਿੰਮੇਵਾਰੀ ਹੈ ਜਿਵੇਂ ਤੁਸੀਂ ਆਪਣਾ ਕਾਇਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਬੰਦਾ ਜੋ ਕਰਦਾ ਕਰਨ ਦਿਓ, ਲੇਕਿਨ ਜਦੋਂ ਉਹ ਕਾਇਦਾ ਕਾਨੂੰਨ ਨੂੰ ਭੰਗ ਕਰੇ ਤਾਂ ਫਿਰ ਆਪਣਾ ਉਹਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਉਹਨੂੰ ਰਸਤਾ ਵੀ ਦਿਖਾਓ ਜੀ। ਬਿਲਕੁਲ, ਤਾਂ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣੇ ਸਨ ਸਾਡੇ ਨਾਲ ਬੀਜੇਪੀ ਦੇ SC ਵਿੰਗ ਦੇ ਜਿਹੜੇ ਪੰਜਾਬ ਪ੍ਰੈਜ਼ੀਡੈਂਟ SR ਲੱਦੜ ਸਾਹਿਬ, ਜਿਨ੍ਹਾਂ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ 1 ਸਾਲ ਪੂਰਾ ਹੋਇਆ, ਉਸ ਤੇ ਵਿਚਾਰ ਚਰਚਾ ਕੀਤੀ ਤੇ ਨਾਲ ਹੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਇਹਨਾਂ ਨੇ ਆਪਣੇ ਵਿਚਾਰ ਵੀ ਰੱਖੇ। ਕੈਮਰਾ ਪਰਸਨ ਅੰਕਿਤ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼ ਪੰਜਾਬ।